ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਖਾਸ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਸੰਗਤ ਟੈਲੀਵਿਜ਼ਨ ਤੇ ਆਪ ਸਭ ਨੂੰ ਜੀ ਆਖਦੇ ਹਾਂ। ਅੱਜ ਸਾਡੇ ਨਾਲ ਉਹ ਸ਼ਖਸੀਅਤ ਜਿਹਨਾਂ ਦੇ ਜੀਵਨ ਤੋਂ ਇੱਕ ਬਹੁਤ ਵੱਡੀ ਸੇਧ ਆਉਣ ਵਾਲੀ ਜਨਰੇਸ਼ਨ ਲੈ ਸਕਦੀਆਂ ਹਨ, ਜਿਨ੍ਹਾਂ ਤੇ ਮਾਲਕ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਸੇਵਾ, ਏਡੀ ਵੱਡੀ ਸੇਵਾ ਵਿਦਿਆ ਦੀ ਇਹਨਾਂ ਦੀ ਝੋਲੀ ਵਿੱਚ ਪਾਈ। ਉਸ ਵਿੱਚ ਦਿਨ ਰਾਤ ਇਹ ਉਸ ਮਿਸ਼ਨ ਨੂੰ ਲੈ ਕੇ, ਉਸ ਉਪਰਾਲੇ ਨੂੰ ਲੈ ਕੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰ ਰਹੇ ਹਨ। ਸਾਡੇ ਬਹੁਤ ਉੱਚੇ ਭਾਗ ਸਾਡੇ ਨਾਲ ਜੁੜੇ ਹੋਏ ਹਨ। ਬੜੀ ਸਾਹਿਬ ਤੋਂ ਡਾਕਟਰ ਦਵਿੰਦਰ ਸਿੰਘ ਜੀ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਵਲ ਸਾਹਿਬ, ਡਾਕਟਰ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਆਪ ਜੀ ਨੇ ਸਮਾਂ ਕੱਢਿਆ ਅੱਜ ਸਾਡੇ ਚੈਨਲ ਤੇ, ਅੱਜ ਸੰਗਤਾਂ ਨਾਲ ਆਪ ਜੀ ਰੂਬਰੂ ਹੋ ਰਹੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਕਿਰਪਾ ਕੀਤੀ ਭਗਵਲ ਸਾਹਿਬ ਕਿ ਸੰਗਤ ਟੀਵੀ ਰਾਹੀਂ ਇੰਗਲੈਂਡ ਦੀ ਸੰਗਤ ਦੇ ਦਰਸ਼ਨ ਤੁਸੀਂ ਕਰਵਾ ਰਹੇ ਹੋ। ਬਹੁਤ ਕਿਰਪਾ ਆਪ ਜੀ ਦੀ। ਡਾਕਟਰ ਸਾਹਿਬ, ਆਪਾਂ ਗੱਲਬਾਤ ਦੇ ਸਿਲਸਿਲੇ ਵਿੱਚ ਥੋੜਾ ਜੀ ਆਪਾਂ ਜੀਵਨ ਦੀ ਥੋੜੀ ਜਿਹੀ ਸਾਂਝ ਸੰਗਤ ਨਾਲ ਪਾਉਣੀ ਹੈ। ਆਪ ਜੀ ਕਿਉਂਕਿ ਦਾਸ ਥੋੜਾ ਜਿਹਾ ਜਾਣਦਾ ਵੀ ਹੈ, ਪਰ ਜ਼ਰੂਰ ਸਾਂਝ ਪਾਈ ਆਪ ਜੀ ਦਾ ਬਚਪਨ, ਪਰਿਵਾਰ, ਥੋੜੀ ਸਾਂਝ ਪਾ ਦਈਏ ਵੀ ਕਿੱਥੇ ਜਨਮ ਹੋਇਆ, ਕਿਸ ਕਿਸ ਤਰ੍ਹਾਂ ਆਪ ਜੀ ਨੇ ਵਿਦਿਆ ਲਿੱਤੀ। ਹੁਣ ਤਾਂ ਜੀ ਬਹੁਤ ਪੁਰਾਣਾ ਸਮਾਂ ਲੱਗ ਰਿਹਾ ਜੀ ਉਹ, ਪਰ ਦਾਸ ਦੇ ਪਿਤਾ ਜੀ ਫੌਜ ਵਿੱਚ ਸੀ ਜੀ, ਆਰਮੀ ਬ੍ਰਿਗੇਡੀਅਰ ਰਿਟਾਇਰ ਹੋਏ ਸੀ ਜੀ ਉਹ। ਤੇ ਜਿੱਥੇ ਜਿੱਥੇ ਵੀ ਉਹ ਟ੍ਰਾਂਸਫਰ ਹੁੰਦੇ ਸੀ, ਦਾਸ ਉੱਥੇ ਹੀ ਨਾਲ ਉਹਨਾਂ ਦੇ ਜਾਂਦਾ ਰਿਹਾ ਜੀ। ਤੇ ਜ਼ਿਆਦਾਤਰ ਅਸੀਂ ਜਿਹੜੇ ਇੰਡੀਆ ਵਿੱਚ ਪਬਲਿਕ ਸਕੂਲਸ ਹਨ, ਗਵਰਨਮੈਂਟ ਦੇ ਸੈਂਟਰਲ ਸਕੂਲਸ, ਉੱਥੇ ਮੈਂ 7ਵੀਂ ਕਲਾਸ ਤੱਕ ਮੈਂ ਉਹਨਾਂ 'ਚ ਪੜ੍ਹਦਾ ਰਿਹਾ ਜੀ। ਉਸ ਤੋਂ ਉਪਰੰਤ ਫਿਰ ਨਾਭੇ ਪਿਤਾ ਜੀ ਪੋਸਟ ਹੋ ਗਏ, ਪਟਿਆਲਾ ਡਿਸਟ੍ਰਿਕਟ ਵਿੱਚ, ਤਹਿਸੀਲ ਨਾਭਾ ਹੈ ਜੀ। ਉੱਥੇ ਇੱਕ ਪੰਜਾਬ ਪਬਲਿਕ ਸਕੂਲ ਸੀਗਾ। ਫਿਰ ਪਿਤਾ ਜੀ ਦਾ ਵਿਚਾਰ ਆਇਆ ਕਿ ਹੁਣ ਤੁਸੀਂ ਇੱਥੇ ਟਿਕ ਕੇ ਹੌਸਟਲ 'ਚ ਆਪਣਾ ਪੜ੍ਹਾਈ ਮੁਕੰਮਲ ਕਰ ਲਓ। ਸਰਦਾਸ ਨੇ 11ਵੀਂ ਪੰਜਾਬ ਪਬਲਿਕ ਸਕੂਲ ਨਾਭਾ ਤੋਂ ਕੀਤੀ ਤੇ ਫਿਰ ਦਿੱਲੀ ਆ ਗਏ, ਪ੍ਰੀ ਮੈਡੀਕਲ ਦਿੱਲੀ ਤੋਂ ਕੀਤੀ, ਖਾਲਸਾ ਕਾਲਜ ਤੋਂ। ਉਪਰੰਤ ਫਿਰ ਸਾਰੀ ਪੜ੍ਹਾਈ ਮੈਂ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਵਿੱਚ MBBS ਔਰ MD ਉੱਥੋਂ ਹੀ ਕੀਤੀ। ਫਿਰ ਉੱਥੇ ਹੀ ਮੈਂ ਟੀਚਿੰਗ ਜੌਬ ਵਿੱਚ ਲੱਗਿਆ ਰਿਹਾ 6 ਸਾਲ ਤੱਕ। ਤੇ ਉਪਰੰਤ ਫਿਰ ਇੱਥੇ ਮਹਾਪੁਰਸ਼ਾਂ ਨੇ ਬਖਸ਼ਿਸ਼ ਕਰ ਦਿੱਤੀ ਤਾਂ ਗੁਰੂ ਸਾਹਿਬ ਆ ਕੇ ਇੱਥੇ ਜੋ ਮਹਾਰਾਜ ਨੇ ਇੱਕ ਕੰਮ ਕਰਵਾਇਆ, ਜੋ ਮਹਾਪੁਰਸ਼ ਬਾਬਾ ਇਕਬਾਲ ਸਿੰਘ ਜੀ ਨੇ ਜੋ ਸੇਵਾ ਲੈਣੀ ਸੀ ਆਪਣੇ ਆਪ ਹੀ ਉਹ ਲੈ ਰਹੇ ਮਹਾਰਾਜ। ਅਸਲ ਬੜਾ ਜੇ ਆਪਾਂ ਦੇਖਦੇ ਟੋਟਲੀ ਡਿਫਰੈਂਟ ਫੀਲਡ, ਕਿੱਥੇ ਮੈਡੀਕਲ ਦੇ ਵਿੱਚ ਆਪ ਜੀ ਨੇ ਸਾਰੀ ਵਿਦਿਆ ਗ੍ਰਹਿਣ ਕਰਕੇ ਉਹ ਹਾਸਲ ਕੀਤੀ, ਤੇ ਕਿੱਥੇ ਐਜੂਕੇਸ਼ਨ। ਇਹਦੇ ਵਿੱਚ ਥੋੜੀ ਸੰਗਤ ਨਾਲ ਸਾਂਝ ਕੋ, ਕਿਸ ਤਰ੍ਹਾਂ ਆਪ ਜੀ ਇਸ ਸੰਗਤ ਨਾਲ ਜੁੜੇ, ਕਿਉਂ ਆਪ ਦੇ ਵਿੱਚ ਮਨ 'ਚ ਭਾਵਨਾ ਆਈ ਕਿ ਆਪ ਜੀ ਨੇ ਐਜੂਕੇਸ਼ਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ? ਨਹੀਂ ਜੀ, ਇਹ ਤੇ ਮਹਾਪੁਰਸ਼ਾਂ ਦਾ ਹੁਕਮ ਹੀ ਸੀਗਾ ਜੀ, ਜਿਸ ਦੇ ਕਾਰਨ ਦਾਸ ਐਜੂਕੇਸ਼ਨ ਵੱਲ ਹੋ ਗਿਆ। ਸ਼ੁਰੂ ਵਿੱਚ ਜਦ ਅਸੀਂ ਦਿੱਲੀ ਸੀ, ਮੈਂ ਜਦ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕੰਮ ਕਰਦਾ ਸੀ ਤੇ ਮਹਾਪੁਰਸ਼ ਉੱਥੇ ਆਇਆ ਕਰਦੇ ਸੀ। ਸਾਡੇ ਕਾਲਜ ਦੇ ਵਿੱਚ ਹੀ ਹੋਰ ਵੀ ਸੱਜਣ ਰਹਿੰਦੇ ਸੀ, ਮੇਜਰ ਬਰਿੰਦਰ ਸਿੰਘ। ਸੋ ਬਾਬਾ ਜੀ ਦਾ ਉਹਨਾਂ ਨਾਲ ਬਹੁਤ ਪਿਆਰ ਸੀ ਤੇ ਉਹਨਾਂ ਦੇ ਗ੍ਰਹਿ ਵਿਖੇ ਬਾਬਾ ਜੀ ਆਇਆ ਕਰਦੇ ਸੀ। ਤੇ ਇੱਕ ਦਿਨ ਉਹਨਾਂ ਨੇ ਦਾਸ ਨੂੰ ਟੈਲੀਫੋਨ ਕਰ ਦਿੱਤਾ ਕਿ ਇਸ ਤਰ੍ਹਾਂ ਮਹਾਪੁਰਸ਼ ਆ ਰਹੇ ਹਨ ਤੇ ਆ ਕੇ ਦਰਸ਼ਨ ਕਰ ਲਓ। ਉਸ ਸਮੇਂ ਤੱਕ ਦਾਸ ਦਾ ਜੋ ਬੇਸਿਕ ਰੁਚੀ ਸੀ, ਹਾਲਾਂਕਿ ਸਾਡਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਸੀ, ਪਿਤਾ ਜੀ ਮੇਰੇ ਫੌਜ ਹੋਣ ਦੇ ਬਾਵਜੂਦ ਅੰਮ੍ਰਿਤਧਾਰੀ ਸੀ ਜੀ, ਤੇ ਮੈਂ 4th ਈਅਰ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਪਰ ਜੋ ਦਿੱਲੀ ਵਿੱਚ ਬੇਸਿਕ ਜੋ ਅਪਰੋਚ ਸੀ ਸੰਗਤ ਦੀ, ਉਹ ਜਾਂ ਪਰਿਵਾਰ ਦੀ ਵੀ ਸਾਡੇ ਜੋ ਸੀ, ਕਿ ਉਹ ਸੀ ਕਿ ਬਈ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਹਨ ਤੇ ਸਿੰਘ ਸਭਾ ਲਹਿਰ ਦੇ ਮੁਤਾਬਕ ਜੋ ਉਸ ਸਮੇਂ ਪ੍ਰਚਲਿਤ ਸੀਗਾ ਕਿ ਇਹ ਸੰਤ ਮਹਾਪੁਰਸ਼ ਕੁਛ ਨਹੀਂ ਹੁੰਦੇ, ਇਹ ਲੋਕਾਂ ਨੂੰ ਬਸ ਗੁੰਮਰਾਹ ਕਰਦੇ ਹਨ ਤੇ ਆਪਣਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ ਜੀ। ਇਹੀ ਕੁਝ ਥਾਟ ਦਾਸ ਦੇ ਮਨ ਵਿੱਚ ਵੀ ਉਸ ਸਮੇਂ ਤੱਕ ਸੀ। ਤੇ ਜਦ ਉਹਨਾਂ ਨੇ, ਮੇਜਰ ਸਾਹਿਬ ਨੇ ਦਾਸ ਨੂੰ ਇਹ
किया, बेनती की उन्होंने कि आओ दर्शन करो, ते ऑलमोस्ट सोशल ऑब्लीगेशन के तौर पर दास उत्थे हाफ हार्टेड ते गया। पर जब पहली बारी बाबा इकबाल सिंह ने दर्शन किए ते दास एकदम खिंचया गया। बेसिकली इस चीज तो मैं बड़ा बड़ा स्पष्ट मैं ऑनेस्टली ये कह रहा जी कि इस चीज तो मैं ज्यादा अट्रैक्ट होया कि ये हाईली एजुकेटेड सी बाबा जी इकबाल सिंह जी, इन्होंने एमएससी एग्रीकल्चर विच की हुई है और उस समय ही कोई 86 87 की गल है ते बाबा जी उदों ही रिटायर होए सी डायरेक्टर ऑफ एग्रीकल्चर की पोस्ट तो हिमाचल प्रदेश से। जी जी सो इस चीज तो दास ज्यादा प्रभावित हो गया कि इतने पढ़े लिखे होने के बावजूद इतने उच्चे ओहदे जो जो बेस्ट हाईएस्ट पोस्ट गवर्नमेंट ऑफ हिमाचल प्रदेश ऑफर करती सी उन्होंने हासिल कर ली सी। जी उसके बावजूद ये इस तरह लगे हुए ਹਨ सेवा विच और संतां अपने इष्ट संत तेज सिंह महाराज जी दे सेवा उन्हां दे हुक्म अनुसार सेवा कर रहे हैं ते जरूर इस विच कोई होर डूंगी जो चीज है। सो इस तरह दास नाल थोड़ा जा खिंचया गया। बाबा जी ने ज्यादा बचन नहीं किए, पहली बारी सिर्फ इतना ही किया कि भाई आओ बड़ू साहब आके देखो असी की कर रहे हैं। जी ते दास से बड़े ब्रदर वो भी डॉक्टर है जी, डॉक्टर बलजीत सिंह, अच्छा जी ਅਸੀਂ ਦੋਨੋਂ उस समय फिर पहली बार ਇੱਥੇ आए जी बड़ू साहब। बड़ा औखा सीगा आना क्योंकि राजगढ़ तो अगे केवल दिन में 3 ਬੱਸਾਂ ਚੱਲਦੀਆਂ ਸੀ, ਇੱਕ ਸਵੇਰੇ 5:30 ਵਜੇ, ਇੱਕ ਦੁਪਹਿਰੇ 12:30 ਵਜੇ ਤੇ ਇੱਕ ਸ਼ਾਮ ਨੂੰ 5:30 ਵਜੇ। अच्छा ਤੇ सोलन तो बड़ू साहब भी मुश्किल नाल 5-6 ਬੱਸਾਂ ਸੀਗੀਆਂ, ਬਹੁਤੀ ਬੱਸ ਸਰਵਿਸ ਨਹੀਂ ਸੀ। सो ਅਸੀਂ ਪਹਿਲਾਂ ਚੰਡੀਗੜ੍ਹ ਪਹੁੰਚੇ, ਫਿਰ ਚੰਡੀਗੜ੍ਹ ਤੋਂ ਸੋਲਨ ਪਹੁੰਚੇ, ਸੋਲਨ ਤੋਂ ਰਾਜਗੜ੍ਹ ਆਏ, ਰਾਜਗੜ੍ਹ ਤੋਂ ਫਿਰ ਅੱਗੇ ਅਸੀਂ ਬੱਸ ਲੈਣੀ ਸੀ ਤੇ ਦਾਸ ਨੂੰ ਬੜਾ ਕਲੀਅਰਲੀ ਯਾਦ ਹੈ ਕਿ ਅਸੀਂ ਜਦ 12:30 ਵਾਲੀ ਬੱਸ ਅਸੀਂ ਜਸਟ ਮਿਸ ਕਰ ਗਏ, ਬਹੁਤ ਭਰੀ ਹੋਈ ਸੀ, ਸੀਗਾ ਚਲੋ ਸ਼ਾਮ ਦੀ ਬੱਸੇ ਚਲੇ ਜਾਵਾਂਗੇ। अच्छा जी ਤੇ ਅਸੀਂ ਜਾ ਕੇ ਗੁਰਦੁਆਰਾ ਸਾਹਿਬ ਵਿੱਚ ਆਰਾਮ ਕਰਨ ਲੱਗ ਪਏ ਤੇ ਜਦ ਸ਼ਾਮ ਨੂੰ ਅਸੀਂ 5 ਵਜੇ ਆਏ ਕਿ ਬੱਸ ਪਕੜੀਏ ਤੇ ਬੱਸ ਦੁਬਾਰਾ ਖੱਚਾ-ਖੱਚ ਭਰੀ ਹੋਈ ਸੀ ਤੇ ਸਾਰੇ ਲੋਕ ਕਾਫੀ ਲੋਕ ਬੱਸ ਦੇ ਉੱਪਰ ਬੈਠੇ ਹੋਏ ਸੀ ਜਾ ਕੇ ਤੇ ਅਸੀਂ ਵੀ ਜਾ ਕੇ ਫਿਰ ਹੋਰ ਕੋਈ ਤਰੀਕਾ ਨਹੀਂ ਸੀਗਾ, ਜਾਂ ਤੇ ਇੱਕ ਰਾਤ ਹੋਰ ਵੇਟ ਕਰਦੇ ਸਵੇਰ ਦੀ ਬੱਸ ਵਾਸਤੇ ਤੇ ਅਸੀਂ ਫਿਰ ਪਹਿਲੀ ਵਾਰ ਜਦ ਇੱਥੇ ਆਏ ਸੀ ਤੇ ਬੱਸ ਦੇ ਉੱਪਰ ਬੈਠ ਕੇ ਰਾਜਗੜ੍ਹ ਤੋਂ ਬੜੂ ਸਾਹਿਬ ਇੱਥੇ ਪਹੁੰਚੇ ਤੇ ਬੱਸ ਬੜੂ ਸਾਹਿਬ ਨਹੀਂ ਆਉਂਦੀ ਸੀ, ਇੱਥੋਂ ਤਕਰੀਬਨ 8-10 ਕਿਲੋਮੀਟਰ ਦੂਰ ਖੈਰੀ ਹੈਗਾ ਜੀ ਪਿੰਡ, ਉੱਥੇ ਰੁਕਦੀ ਸੀ ਤੇ ਇੱਥੋਂ ਟਰੈਕਟਰ ਟਰਾਲੀ ਜਾਂਦੀ ਸੀ ਸੰਗਤਾਂ ਨੂੰ ਸ਼ਾਮ ਨੂੰ ਲੈਣ ਜਾਣ ਵਾਸਤੇ। ਸੋ ਇਸ ਤਰ੍ਹਾਂ ਅਸੀਂ ਪਹਿਲੀ ਵਾਰੀ ਇੱਥੇ ਪਹੁੰਚੇ, ਪਰ ਜਦ ਆ ਕੇ ਇੱਥੇ ਰਹੇ ਦੇਖਿਆ ਤੇ बहुत ही ज्यादा सानू इस चीज ने कैप्टिवेट कर लिया कि इतने रिमोट जगह विच जिथे के रिसोर्सेज ही नहीं हैं, उस समय इत्थे असी जो इलैक्ट्रिसिटी की पावर लाइन है इसे असी फैग एंड ते सी ते शामी 7 बजे तो बाद जो 100 वाट का बल्ब भी है वो इस तरह जापदा सी जिवें कि 10 वाट का बल्ब जल रहा है ते रोशनी अवेलेबल नहीं होंदी सी ते ना ही इतना पैसा सीगा कि सारी रात इत्थे जनरेटर चलाया जाए। सो सारी एक्टिविटी तकरीबन 8 साढ़े 8 बजे खत्म हो जाती सी ते पर जो इत्थे देखिया कि किस तरह महापुरुष बाबा इकबाल सिंह जी कल्ले लगे हुए हैं, 2-4 टीचर सीगे, कुछ सेवादार सी 5-7 ते सिर्फ इक्को ही धुन सी कि बच्चे बचाने हैं, बच्चियां विच गुरमत दी विद्या देनी है, अच्छे इंसान पैदा करने हैं ते जो उन्हां दे इष्ट संत तेजा सिंह महाराज जी का जो हुक्म सी कि इस जगह तो बच्चे बच्चियां दुनियावी ते अध्यात्मक विद्या लैके पूरी दुनिया में जाएंगे ते नाम रोशन करेंगे, गुरु नानक का जो मैसेज है जी शांति का, पीस एंड स्पिरिचुअल ब्रदरहुड का, वो सबनों देंगे ते ओ जब देखिया ते असी बिल्कुल कैप्टिवेट हो गए जी, मैं भी ते मेरे ब्रदर ते फिर असी इत्थे रेगुलरली आन लग पे। उस तो बाद 88 ਵਿੱਚ ਦਾਸ ਦੀ शादी हो गई जी ਤੇ ਅਸੀਂ ਫਿਰ ਉਸ ਤੋਂ ਬਾਅਦ ਮੈਂ ਤੇ ਮੇਰੇ ਮਿਸਿਸ ਵੀ ਨਾਲ ਆਉਣ ਲੱਗ ਪਏ ਇੱਥੇ। ਅਸੀਂ ਸਾਲ 'ਚ 3-4 ਵਾਰੀ ਆ ਜਾਂਦੇ ਸੀ, ਬੱਚਿਆਂ ਨੂੰ ਇਵੈਲੂਏਟ ਕਰਦੇ, ਐਗਜ਼ਾਮਿਨ ਕਰਦੇ, ਵੈਕਸੀਨੇਟ ਕਰਦੇ। ਮਿਸਿਸ ਮੇਰੇ ਆਈ ਸਪੈਸ਼ਲਿਸਟ ਹਨ ਡਾਕਟਰ ਨੀਲਮ, ਉਹ जी ਬੱਚਿਆਂ ਨੂੰ ਅੱਖਾਂ ਚੈੱਕ ਕਰਦੇ, ਉਹਨਾਂ ਨੂੰ ਅੱਖਾਂ ਦੇ ਰਿਫਰੈਕਸ਼ਨ ਦੇ ਨੰਬਰ ਦਿੰਦੇ। ਸੋ ਇਸ ਤਰ੍ਹਾਂ ਅਸੀਂ ਜੁੜੇ ਰਹੇ। ਫਿਰ ਇਹਦਾ 3-4 ਸਾਲ ਹੋਰ ਲੰਘ ਗਏ। जी ਫਿਰ ਬਾਬਾ ਜੀ ਨੇ 93 ਵਿੱਚ ਇਹ ਕਿਹਾ ਕਿ ਬਈ ਤੁਸੀਂ बड़ू साहब हुण इत्थे ही आ जाओ अच्छा ते साडे वास्ते ये बड़ा एक सीरियस डिसीजन सामने आ गया सी कि असी
ਹੁਣ ਤੱਕ ਸਾਡੇ ਮਨ ਵਿੱਚ ਇਹੀ ਸੀ ਕਿ ਧਰਮ ਕਾਰਜਾਂ ਦੇ ਸਥਾਨਾਂ ਤੇ ਸਾਨੂੰ ਕੰਟਰੀਬਿਊਟ ਕਰਨਾ ਹੁੰਦਾ ਹੈ, ਆਪਣਾ ਦਸਵੰਧ ਦੇਣਾ ਹੁੰਦਾ ਹੈ, ਆਪਣਾ ਜੋ ਵੀ ਤਨ ਮਨ ਵਾਰਨਾ ਹੁੰਦਾ ਹੈ, ਤੇ ਇੱਥੇ ਜੇ ਅਸੀਂ ਆਵਾਂਗੇ ਤੇ ਸਾਡਾ ਨਿਰਵਾਹ ਕਿਵੇਂ ਹੋਏਗਾ? ਅਸੀਂ ਤੇ ਪੈਰਾਸਾਈਟ ਬਣ ਜਾਵਾਂਗੇ ਗੁਰਦੁਆਰੇ ਦੇ ਉੱਪਰ, ਇਸ ਸੰਸਥਾ ਦੇ ਉੱਪਰ। ਬਾਬਾ ਜੀ ਪਹਿਲਾਂ ਹੀ ਇਤਨੀ ਔਖਿਆਈ ਨਾਲ ਚਲਾ ਰਹੇ ਹਨ ਤੇ ਅਸੀਂ ਇਸ ਤੇ ਹੋਰ ਬੋਝਾ ਬਣ ਜਾਵਾਂਗੇ। ਤੇ ਇਤਨੇ ਉਸ ਉਮਰ ਵਿੱਚ, ਮੇਰੀ ਉਸ ਉਮਰ 34-35 ਸਾਲ ਦੀ ਸੀ ਜੀ, ਤੇ ਇਤਨੇ ਪੈਸੇ ਵੀ ਨਹੀਂ ਸੀ ਮੈਂ ਸੇਵ ਕੀਤੇ ਹੋਏ ਕਿ ਮੈਂ ਆ ਕੇ ਇੱਥੇ ਜੁੜ ਜਾਵਾਂ। ਪਰ ਅਸੀਂ ਫਿਰ ਬਾਬਾ ਜੀ ਨੂੰ ਮੈਂ ਇਹ ਪੁੱਛਿਆ ਕਿ ਮਹਾਰਾਜ ਮੈਂ ਛੁੱਟੀ ਲੈ ਕੇ ਆਵਾਂ ਜਾਂ ਰਿਜ਼ਾਈਨ ਕਰਕੇ ਆਵਾਂ? ਤੇ ਬਾਬਾ ਜੀ ਨੇ ਕੋਈ ਅੱਧਾ ਕੁ ਮਿੰਟ ਅੱਖਾਂ ਬੰਦ ਕਰ ਲਈਆਂ, ਕੁਝ ਸੋਚਦੇ ਰਹੇ, ਫਿਰ ਕਹਿੰਦੇ ਕਿ ਬਈ ਰਿਜ਼ਾਈਨ ਕਰਕੇ ਆ ਜਾ। ਤੇ ਦਾਸ ਨੇ ਫਿਰ ਕਿਹਾ ਕਿ ਬਾਬਾ ਜੀ ਨੇ ਪੁੱਛਿਆ ਦਾਸ ਨੂੰ ਕਿ ਛੁੱਟੀ ਕਿੰਨੀ ਮਿਲ ਜਾਏਗੀ? ਤੇ ਮੈਂ ਕਿਹਾ ਜੀ ਸਰਕਾਰੀ ਨੌਕਰੀ ਹੈ, ਸਾਲ 1.5 ਸਾਲ ਦੇ ਇਹਨਾਂ ਨੂੰ ਪਤਾ ਨਹੀਂ ਚੱਲਣਾ ਕਿ ਮੈਂ ਆ ਰਿਹਾ ਕਿ ਨਹੀਂ ਆ ਰਿਹਾ। ਤੇ ਕਹਿੰਦੇ ਫਿਰ ਤਾਂ ਵੀ ਸੋਚਦੇ ਰਹੇ, ਕਹਿੰਦੇ ਨਹੀਂ तू रिजाइन करके आ जा, जे क्योंकि जो रिजाइन नहीं करेगा तो तेरा ध्यान इस पासे रहेगा, वापस तू दुविधा च रहेगा। एंड डबल माइंड इज अ ट्रबल माइंड। बिल्कुल। ਤੇ ਫਿਰ ਬਸ ਉਸ ਤੋਂ ਬਾਅਦ ਅਸੀਂ ਸਟੇਟ ਅਵੇ ਮੈਂ ਰਿਜ਼ਾਈਨ ਕੀਤਾ ਤੇ ਮਹਾਪੁਰਸ਼ਾਂ ਦੇ ਚਰਨੀ ਇੱਥੇ ਪਹੁੰਚ ਗਏ ਜੀ। ਤੇ ਬਾਬਾ ਜੀ ਨੇ ਨਾਲ ਇਹ ਵੀ ਕਹਿ ਦਿੱਤਾ ਵੀ ਜਿੰਨੇ ਤੈਨੂੰ ਪੈਸੇ ਚਾਹੀਦੇ ਹੋਣਗੇ ਦੇਵਾਂਗੇ। ਪਰ ਜਦ ਅਸੀਂ ਇੱਥੇ ਆਏ, ਮੈਂ ਤੇ ਮੇਰੇ ਮਿਸਿਸ, ਤੇ ਫਿਰ ਅਸੀਂ ਆ ਕੇ ਕਿਹਾ ਵੀ ਸਾਰੀ ਤੇ ਸਾਡੀ ਜ਼ਰੂਰਤਾਂ ਪੂਰੀਆਂ ਹੋ ਰਹੀਆਂ ਹਨ ਜੀ, ਸਾਰਾ ਸਾਡਾ ਖਰਚਾ ਪੂਰਾ ਹੋ ਰਿਹਾ ਹੈ। ਸਾਡੀ ਇੱਕ ਬੱਚੀ ਸੀ ਉਸ ਟਾਈਮ ਤੇ, ਉਹ ਇੱਥੇ ਪੜ੍ਹਨ ਲੱਗ ਪਈ, ਤੇ ਅਸੀਂ ਕਿਹਾ ਵੀ ਸਾਨੂੰ ਹੁਣ ਲੋੜ ਤੇ ਕੋਈ ਹੈ ਨਹੀਂ, ਹੋਰ ਜੋ ਨੀਡਸ ਹੈ ਮਹਾਪੁਰਸ਼ ਉਸ ਤੋਂ ਜ਼ਿਆਦਾ ਹੀ ਦੇ ਜਾਂਦੇ ਹਨ, ਆਪਣੇ ਆਪ ਪੂਰੀ ਕਰ ਦਿੰਦੇ ਹਨ, ਤੇ ਸਾਨੂੰ ਕਿਸੇ ਮਾਇਆ ਦੀ ਲੋੜ ਨਹੀਂ ਹੈਗੀ। ਸੋ ਅਸੀਂ ਫਿਰ ਮਹਾਪੁਰਸ਼ਾਂ ਨੂੰ ਇਹ ਬੇਨਤੀ ਕਰਦੇ ਜੀ ਮਹਾਰਾਜ ਬਖਸ਼ਿਸ਼ ਕਰੋ ਕਿ ਸਾਨੂੰ ਮਾਇਆ ਦੀ ਬਿਲਕੁਲ ਲੋੜ ਨਹੀਂ ਹੈਗੀ, ਤੇ ਸਾਨੂੰ ਤੁਸੀਂ ਇਸ ਤਰ੍ਹਾਂ ਹੀ ਬਸ ਇੱਥੇ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ ਹੈ, ਇਹੀ ਬਹੁਤ ਆਪ ਜੀ ਨੇ ਕਿਰਪਾ ਕੀਤੀ ਹੈ। ਸੋ ਇਸ ਤਰ੍ਹਾਂ ਦਾਸ ਇੱਥੇ ਆ ਗਏ। So we came here as medical professionals to provide medical facility to these people. right. पर कुछ समय बाद फिर बाबा जी ने ये आदेश दिता कि भाई कुछ ਤੁਹਾਡੇ ਕੋਲ ਬਿਮਾਰ ਤੇ ਇੱਥੇ ਹੈ ਨਹੀਂ, ਸਾਰੇ ਹੈਲਦੀ ਲੋਕ ਹੈਗੇ, ਥੋੜੇ ਬਹੁਤ ਆਸ-ਪਾਸ ਦੇ ਪਹਾੜੀ ਆ ਜਾਂਦੇ ਸੀਗੇ, ਉਹਨਾਂ ਨੂੰ ਅਸੀਂ ਇਲਾਜ ਕਰ ਦਿੰਦੇ ਸੀ। ਤੇ ਕਹਿੰਦੇ ਵੀ ਸਮਾਂ ਹੈਗਾ ਤੇ ਤੁਸੀਂ ਸਕੂਲ ਦਾ ਵੀ ਜਿਹੜਾ ਦੇਖੋ ਇਸ ਨੂੰ ਸੰਭਾਲੋ ਕਿ ਕਿਵੇਂ ਸਕੂਲ ਚੱਲ ਰਿਹਾ ਕੀ ਹੈਗਾ। ਸੋ ਉਸ ਤਰ੍ਹਾਂ ਫਿਰ ਅਸੀਂ ਹੌਲੇ-ਹੌਲੇ ਐਜੂਕੇਸ਼ਨ ਵੱਲ ਆ ਗਏ ਜੀ। ਇਸ ਤਰ੍ਹਾਂ ਇਹ ਹੋਇਆ ਜੀ ਕਿ ਜੋ ਟ੍ਰਾਂਜੀਸ਼ਨ ਹੋਇਆ ਫਰਮ ਮੈਡੀਕਲ ਪ੍ਰੋਫੈਸ਼ਨਲ ਟੂ ਐਨ ਐਜੂਕੇਸ਼ਨਿਸਟ, ਉਹ ਇਸ ਤਰ੍ਹਾਂ ਹੋਇਆ ਜੀ। ਵੈਸੇ ਵੀ ਦਾਸ ਉੱਥੇ ਕਿਉਂਕਿ ਟੀਚਿੰਗ ਕਾਲਜ ਸੀ ਸਾਡਾ, ਮੌਲਾਨਾ ਆਜ਼ਾਦ ਕਾਲਜ, ਸੋ ਉੱਥੇ ਵੀ ਐਕਟਿਵਲੀ ਐਂਗੇਜ ਸੀ ਟੀਚਿੰਗ ਵਿੱਚ। ਤੇ ਇਹ ਹੈ ਕਿ ਉਹ ਵੱਡਿਆਂ ਦੀ ਪੜ੍ਹਾਈ ਸੀ, ਇਹ ਬੱਚਿਆਂ ਦੀ ਸੀਗੀ ਜੀ। ਦੇਖ ਲਓ ਕਿ ਕਿਸ ਤਰ੍ਹਾਂ ਮੋੜ ਜੀਵਨ ਵਿੱਚ ਆ ਜਾਂਦਾ ਹੈ। ਆਪ ਜੀ ਦੀ ਗੱਲਬਾਤ ਤੋਂ ਸੁਣ ਰਹੇ ਹਾਂ ਕਿ ਟੋਟਲ ਟ੍ਰਾਂਸਫੋਰਮੇਸ਼ਨ ਫਰਮ ਮੈਡੀਕਲ ਟੂ ਟੀਚਿੰਗ ਕਿਡਸ ਦੇ ਵਿੱਚ ਬਹੁਤ ਵੱਡੀ ਇੱਕ ਜੀਵਨ ਵਿੱਚ ਚੈਲੰਜ ਵੀ ਸੀ ਤੇ ਬਹੁਤ ਵੱਡਾ ਇੱਕ ਮਾਲਕ ਦੀ ਸੇਵਾ, ਕਿਉਂਕਿ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਮਹਾਰਾਜ ਨੇ ਵਿਦਿਆ ਨੂੰ ਬਹੁਤ ਵੱਡਾ ਇੱਕ ਦਾਨ ਤੇ ਪੁੰਨ ਦੱਸਿਆ ਹੈ। ਤੇ ਜੋ ਸੰਸਥਾ ਗੁਰੂ ਸਾਹਿਬ ਦੀ ਹੈ, ਜੋ ਬਾਬਾ ਇਕਬਾਲ ਸਿੰਘ ਜੀ ਹੁਣੀ, ਬਾਬਾ ਤੇਜਾ ਸਿੰਘ ਦੀ ਇੱਕ ਵਿਜ਼ਨ ਜੋ ਹੈ, ਉਹ ਆਪਾਂ ਦੇਖਦੇ ਹਾਂ ਕਿ ਸੰਸਾਰ ਦੇਖ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਵਿਜ਼ਨ ਨੂੰ ਪੂਰਾ ਜ਼ੋਰ ਲਾ ਕੇ ਪੂਰਾ ਕੀਤਾ ਜਾ ਰਿਹਾ ਹੈ। ਜਦੋਂ ਆਪਾਂ ਪਿੱਛੇ ਜੇ ਆਪ ਸਾਰਿਆਂ ਨੇ ਸੰਗਤ ਟੀਵੀ ਤੇ ਸ੍ਰੀ ਸਹਿਜ ਪਾਠ ਸਾਹਿਬ ਵੀ ਆਪਾਂ ਬੜੀ ਸਭ ਕੁਝ ਸਰਜਣ ਕੀਤੇ ਸੀ। ਬੱਚੇ ਕਿਸ ਤਰ੍ਹਾਂ ਬਾਣੀ ਪੜ੍ਹਦੇ ਨੇ, ਕਿਸ ਤਰ੍ਹਾਂ ਬੱਚੇ ਐਜੂਕੇਸ਼ਨ ਬੜਾ ਮਾਣ ਮਹਿਸੂਸ ਕਰਦੇ ਆ ਕਿ ਦੇਖੋ ਇਹ ਸੰਸਥਾ ਨੇ ਬਹੁਤ ਵੱਡਾ ਉਪਰਾਲਾ ਉਹਨਾਂ ਲਈ, ਸਿੱਖੀ ਲਈ, ਧਰਮ ਲਈ ਬਹੁਤ ਵੱਡਾ ਉਪਰਾਲਾ ਇਹ ਸੰਸਥਾ ਕਰ ਰਹੀ ਹੈ। ਆਪ ਜੀ ਥੋੜਾ ਜਿਹਾ ਉੱਤੇ ਸਾਂਝ ਪਾਓ, ਕਿਉਂਕਿ ਹੁਣ ਦੇਖੋ ਜਿਸ ਤਰ੍ਹਾਂ ਦੁਨੀਆ COVID-19 ਨਾਲ ਕਾਫੀ ਚੇਂਜ ਹੋ ਗਿਆ ਹੈ, ਪਰ ਆਪ ਕੀ लगे हुए हो अपने जब बड़ू साहब अपने पूरे जोर ला के जो अपना रोल है इस औखे समय ਵਿੱਚ ਨਿਭਾ ਰਹੇ ਹਨ, ਇਹਦੇ ਬਾਰੇ ਸਾਡੀ ਸੰਗਤ ਦਾ ਸਾਂਝ ਪਾਓ। ਜਿਸ ਸਮੇਂ ਜੀ ਇਹ COVID-19 ਦਾ ਜੋ ਪੈਂਡੇਮਿਕ ਹੈ ਸ਼ੁਰੂ ਹੋਇਆ ਜੀ, ਤੇ ਅਸੀਂ ਇਸ ਨੂੰ ਬੜੇ ਕਲੋਜ਼ਲੀ ਫੋਲੋ ਕਰ ਰਹੇ ਸੀ, ਜੋ ਹੈਪਨਿੰਗਸ ਹੋ ਰਹੀਆਂ ਸੀ ਚਾਈਨਾ ਵਿੱਚ। ਇੱਕ ਗੱਲ ਬੜੀ ਕਲੀਅਰ, ਕਿਉਂਕਿ
ਮੈਡੀਕਲ ਬੈਕਗ੍ਰਾਉਂਡ ਸੀਗਾ, ਸੋ ਇਹ ਗੱਲ ਬੜੀ ਕਲੀਅਰਲੀ ਸਾਹਮਣੇ ਆ ਰਹੀ ਸੀ ਕਿ ਦਿਸ ਡਿਜ਼ੀਜ਼ ਇਜ਼ ਹਾਈਲੀ ਇਨਫੈਕਸ਼ੀਅਸ। ਜੀ ਜੀ ਇੱਕਦਮ ਸਾਰੇ ਇਨਫੈਕਟ ਹੋ ਜਾਂਦੇ ਹਨ ਇਸ ਨਾਲ। ਤੇ ਹਾਲਾਂਕਿ ਮੋਰਟੈਲਿਟੀ ਬਹੁਤ ਜ਼ਿਆਦਾ ਨਹੀਂ ਹੈ, ਇੰਡੀਆ ਵਿੱਚ ਮੋਰਟੈਲਿਟੀ ਰੇਟ ਇਜ਼ ਅਬਾਊਟ 1.5, ਪਰ ਕਿਉਂਕਿ ਐਬਸੋਲਿਊਟ ਨੰਬਰ ਆਫ ਜਿਹੜੇ ਲੋਕ ਹਨ ਉਹ ਇਨਫੈਕਟ ਹੋ ਰਹੇ ਹਨ ਇਤਨੇ ਜ਼ਿਆਦਾ ਹਨ ਕਿ ਜਿਹੜੀ ਇਹ ਮੋਰਟੈਲਿਟੀ ਹੈ ਇਹ ਵੀ ਬਹੁਤ ਜ਼ਿਆਦਾ ਸੀਰੀਅਸ ਇਸ਼ੂ ਕ੍ਰੀਏਟ ਕਰ ਸਕਦੀ ਹੈ। ਸੋ ਇਸ ਵਾਸਤੇ ਅਸੀਂ ਉਸ ਸਮੇਂ ਤੋਂ ਹੀ ਪ੍ਰਿਪੇਅਰ ਹੋਣ ਲੱਗ ਪਏ ਸੀ ਕਿ ਵੀ ਜੇ ਇਹ ਸਿਚੁਏਸ਼ਨ ਆ ਜਾਂਦੀ ਹੈ ਜੀ ਔਰ ਲੋਕਡਾਊਨ ਜੋ ਚਾਈਨਾ ਵਿੱਚ ਹੋਇਆ ਸੀ, ਸਾਡੇ ਇੱਥੇ ਵੀ ਇਹ ਲੋੜ ਪੈਂਦੀ ਹੈ ਇਸਨੂੰ ਕਰਨ ਦੀ, ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਸੰਭਾਲਾਂਗੇ, ਕਿਵੇਂ ਮੈਨੇਜ ਕਰਾਂਗੇ। although we were anticipating these things, ਪਰ ਜਿਤਨਾ ਇਹ ਸਡਨ ਹੋਏਗਾ ਅਸੀਂ ਨਹੀਂ ਸੋਚਿਆ ਸੀ ਜੀ ਬਿਲਕੁਲ ਵੀ। ਸੋ ਜਦ ਇਹ ਮਾਰਚ ਦੇ ਮਹੀਨੇ ਵਿੱਚ ਅਸੀਂ ਅਜੇ ਗਵਰਨਮੈਂਟ ਅਜੇ ਟੋਏ ਕਰ ਰਹੀ ਸੀ ਆਈਡੀਆ ਨਾਲ ਕਿ ਵੀ ਲੋਕਡਾਊਨ ਕਰਨਾ ਹੈ ਜੀ, ਤੇ ਸਾਡੇ ਸਕੂਲਸ ਉਸ ਸਮੇਂ ਚੱਲ ਰਹੇ ਸੀ, ਪਰ ਅਸੀਂ ਪ੍ਰਿੰਸੀਪਲਸ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਵੀ ਅਸੀਂ ਮੈਂਟਲੀ ਪ੍ਰਿਪੇਅਰਡ ਰਹੀਏ, ਜੇ ਸਕੂਲਸ ਬੰਦ ਹੋਣੇ ਹਨ ਤੇ ਸਾਨੂੰ ਆਲਟਰਨੇਟ ਵੇਜ਼ ਆਫ ਐਜੂਕੇਸ਼ਨ ਦੇਖਣੇ ਹੀ ਪੈਣੇ ਆ। ਜੀ ਜੀ। तो पर 15th ਮਾਰਚ ਨੂੰ ਇਹ ਅਨਾਉਂਸ ਹੋਇਆ ਇੰਡੀਆ ਵਿੱਚ ਕਿ ਸਕੂਲਸ ਬੰਦ ਕਰ ਦਿੱਤੇ ਜਾਣਗੇ, ਸਿਰਫ ਟੀਚਰ ਆਣਗੇ ਸਕੂਲਾਂ ਵਿੱਚ, ਐਗਜ਼ਾਮਸ ਦੇ ਪੇਪਰਸ ਚੈੱਕ ਕਰਨਗੇ, ਰਿਜ਼ਲਟ ਅਨਾਉਂਸ ਕਰ ਦੇਣਗੇ, ਟੀਚਰਸ ਨਹੀਂ ਆਣਗੇ। ਤੇ ਇਨੀਸ਼ੀਅਲ ਲੋਕਡਾਊਨ ਵਾਸ ਫਰਮ 15 to 31st। ਤੇ ਸਾਡੇ ਸਕੂਲਸ ਵਿੱਚ ਜਿਹੜੇ ਸਾਡੇ ਪੰਜਾਬ ਦੇ ਸਕੂਲ ਹਨ, ਹਰਿਆਣਾ ਦੇ ਸਕੂਲ ਹਨ, ਯੂਪੀ ਦੇ ਹਨ, ਇਹਨਾਂ ਦਾ 21 ਤਰੀਕ ਨੂੰ ਇਹਨਾਂ ਦਾ ਰਿਜ਼ਲਟ ਅਨਾਉਂਸ ਹੋ ਗਿਆ, 21 ਮਾਰਚ ਨੂੰ। ਅੱਛਾ ਜੀ। ਤੇ ਉਸ ਟਾਈਮ ਤੱਕ ਕੇਸਿਸ ਇੰਡੀਆ ਵਿੱਚ ਵਧਨੇ ਸ਼ੁਰੂ ਹੋ ਗਏ। ਅੱਛਾ ਜੀ। ਇੰਡੀਆ ਵਿੱਚ ਆਲ ਇੰਡੀਆ ਲੋਕਡਾਊਨ 24 ਤਰੀਕ ਨੂੰ ਅਨਾਉਂਸ ਹੋਇਆ, 24th of ਮਾਰਚ। ਤੇ ਅਸੀਂ ਉਸਦੇ ਤੁਰੰਤ ਬਾਅਦ ਹੀ ਅਸੀਂ ਮੀਟਿੰਗ ਕਰ ਲਈ, ਜ਼ੂਮ ਮੀਟਿੰਗ ਸਾਰੇ ਪ੍ਰਿੰਸੀਪਲਸ ਦੇ ਨਾਲ ਜੀ, ਕਿ ਅਸੀਂ ਆਪਣੇ ਬੱਚਿਆਂ ਨੂੰ ਉਦੋਂ ਤੱਕ ਸੀਗਾ ਕਿ ਵੀ 31st ਤੱਕ ਸਕੂਲ ਬੰਦ ਹੋਣਗੇ। ਸੋ ਅਸੀਂ ਇਹ ਬ੍ਰੌਡਲੀ ਮੈਂ ਸਭ ਨੂੰ ਕਹਿ ਦਿੱਤਾ ਸੀ ਕਿ ਵੀ ਓਵਰਆਲ ਇੰਟਰਨੈਸ਼ਨਲ ਪਿਕਚਰ ਦੇਖਦੇ ਹੋਏ ਜਿੱਥੇ ਕਿ ਬਿਮਾਰੀ ਪਹਿਲਾਂ ਫੈਲ ਚੁੱਕੀ ਸੀ, ਅਸੀਂ ਇਹ ਪ੍ਰੀਜ਼ਿਊਮ ਕਰ ਲਈਏ ਕਿ 2-2.5 ਮਹੀਨੇ ਤੇ ਸਕੂਲ ਬੰਦ ਹੀ ਰਹਿਣਗੇ। ਸੋ ਅਸੀਂ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਉਸਦਾ ਇਹ ਫਲ ਹੋਇਆ ਜੀ ਕਿ 26 ਮਾਰਚ ਔਨਵਰਡਸ ਸਾਡੇ ਸਕੂਲਾਂ ਵਿੱਚ, ਪਿੰਡਾਂ ਦੇ ਸਕੂਲਾਂ ਵਿੱਚ ਸਾਡੇ ਟੀਚਰਸ ਨੇ WhatsApp ਰਾਹੀਂ ਕੁਝ ਵੀਡੀਓਜ਼ ਰਿਕਾਰਡ ਕਰਕੇ ਕੁਝ ਸ਼ੁਰੂ ਕਰ ਦਿੱਤਾ, ਹੋਮਵਰਕ ਦੇਣਾ, ਕੁਝ ਕੰਮ ਕਰਾਉਣਾ, ਫਿਰ ਉਹਨਾਂ ਨੂੰ ਤੋਂ ਉਹ WhatsApp ਵਿੱਚ ਰਿਟਰਨ ਕੰਮ ਲੈ ਲੈਣਾ, ਉਹ ਕਰੈਕਟ ਕਰਨਾ ਸ਼ੁਰੂ ਕਰ ਦੇਣਾ। ਸੋ ਇੰਟਰੈਕਸ਼ਨ ਸ਼ੁਰੂ ਹੋ ਗਿਆ ਜੀ। ਤੇ 4th April ਔਨਵਰਡਸ ਅਸੀਂ ਸੀਰੀਅਸ ਟੀਚਿੰਗ ਸ਼ੁਰੂ ਕਰ ਲਈ ਸੀ ਆਪਣੇ ਸਕੂਲਾਂ ਵਿੱਚ ਥਰੂ ਗੂਗਲ ਮੀਟ ਐਂਡ ਥਰੂ ਜ਼ੂਮ। ਤੇ ਰੋਜ਼ ਬੱਚੇ ਸਾਡੇ ਜਿਨ੍ਹਾਂ ਕੋਲ ਡਿਵਾਈਸਿਸ ਸੀ ਉਹ ਆਪਣੇ ਕੋਲ ਡਿਵਾਈਸਿਸ ਸ਼ੇਅਰ ਕਰਦੇ ਸੀਗੇ। ਬੜੇ ਚੈਲੰਜਸ ਸੀ ਜੀ, ਘਰਾਂ ਵਿੱਚ ਇੱਕੋ ਡਿਵਾਈਸ ਹੈ, ਇੱਕੋ ਮੋਬਾਈਲ ਹੈ, ਉਹ ਵੀ ਸਲੋ ਡਿਵਾਈਸ ਹੈ। ਪੇਰੈਂਟਸ ਜਿਹੜੇ ਹਨ ਉਹਨਾਂ ਨੂੰ ਵੀ ਮੋਬਾਈਲ ਚਾਹੀਦਾ, ਬੱਚਿਆਂ ਨੂੰ ਵੀ ਚਾਹੀਦਾ, ਬਟ ਗ੍ਰੈਜੂਅਲੀ ਅਸੀਂ ਉਸਨੂੰ ਸਟੈਗਰ ਕਰ ਲਿਆ। ਜੇ ਛੋਟੇ ਬੱਚਿਆਂ ਦੀ ਕਲਾਸ ਸਵੇਰੇ ਲਗਾ ਲਈ, ਵੱਡਿਆਂ ਦੀ ਦੁਪਹਿਰੇ ਕਰ ਲਈ, ਉਸ ਤੋਂ ਵੱਡਿਆਂ ਦੀ ਸ਼ਾਮ ਨੂੰ ਲਗਾ ਲਈ, ਤਾਂ ਕਿ ਇਸ ਤਰ੍ਹਾਂ ਕਰਕੇ ਇੱਕ ਦੀ ਡਿਵਾਈਸ ਨਾਲ ਵੀ ਗੁਜ਼ਾਰਾ ਚੱਲ ਕੇ ਤੇ ਅਸੀਂ ਇਫੈਕਟਿਵ ਟੀਚਿੰਗ ਕਰਾ ਸਕੀਏ। ਇੱਕ ਹੋਰ ਅਸੀਂ ਜੀ ਬੜਾ ਅਚੰਭੇ ਦੇਖਿਆ ਕਿ ਜਿਹੜਾ ਬੜੂ ਸਾਹਿਬ ਦਾ ਸਾਡੀ ਅਕੈਡਮੀ ਹੈ ਇੱਥੇ, ਜਦ ਹਿਮਾਚਲ ਗਵਰਨਮੈਂਟ ਨੇ ਲੋਕਡਾਊਨ ਅਨਾਉਂਸ ਕੀਤਾ ਕਿ ਵੀ ਸਕੂਲ ਬੰਦ ਹਨ 15 ਤਰੀਕ ਤੋਂ ਬਾਅਦ ਅਨਾਉਂਸ ਕਰ ਦਿੱਤਾ, ਤੇ ਉਹਨਾਂ ਨੇ ਇੱਕ ਸਾਨੂੰ ਜਿਹੜੇ ਬੋਰਡਿੰਗ ਸਕੂਲਸ ਹਿਮਾਚਲ ਦੇ ਹਨ ਉਹਨਾਂ ਵਾਸਤੇ ਇੱਕ ਆਪਸ਼ਨ ਦੇ ਦਿੱਤੀ, ਕਿਉਂਕਿ ਉਸ ਟਾਈਮ ਤੇ ਗਵਰਨਮੈਂਟ ਨੂੰ ਵੀ ਨਹੀਂ ਪਤਾ ਸੀਗਾ ਕਿ ਵੀ ਕਿੰਨਾ ਜ਼ਿਆਦਾ ਕਿੰਨੇ ਰੈਪਿਡਲੀ ਇਹ ਪੈਂਡੇਮਿਕ ਫੈਲੇਗਾ। ਸੋ ਉਹਨਾਂ ਨੇ ਇੱਕ ਆਪਸ਼ਨ ਦੇ ਦਿੱਤੀ ਵੀ ਜਿਹੜੇ ਬੋਰਡਿੰਗ ਸਕੂਲ ਹਨ ਉਹ ਆਪਣਾ ਨਿਰਣੇ ਆਪ ਲੈ ਲੈਣ ਕਿ ਉਹਨਾਂ ਨੇ ਬੱਚੇ ਘਰ ਭੇਜਣੇ ਹਨ ਜਾਂ ਇੱਥੇ ਹੀ ਰੱਖਣੇ ਹਨ। ਅੱਛਾ ਜੀ। ਸੋ ਅਸੀਂ ਪੇਰੈਂਟਸ ਨਾਲ ਜਦ ਸੰਪਰਕ ਕਰਨਾ ਸ਼ੁਰੂ ਕੀਤਾ ਤੇ ਸਾਡੇ ਹੁਣ ਬੱਚੇ ਆਲ ਓਵਰ ਦਾ ਵਰਲਡ ਤੋਂ ਹਨ ਜੀ। ਬਿਫੋਰ ਵੀ ਕੁਡ ਕਮ ਟੂ ਐਨੀ ਕਨਕਲੂਜਨ ਵਾਟ ਇਜ਼ ਟੂ ਬੀ ਡਨ, ਹਾਂਜੀ, ਤੇ ਲੋਕਡਾਊਨ ਅਨਾਉਂਸ ਹੋ ਗਿਆ ਤੇ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕਰ ਦਿੱਤਾ ਕਿ ਜੋ ਜਿੱਥੇ ਹੈ ਉੱਥੇ ਹੀ ਰਹੇ, ਉੱਥੋਂ ਹਿਲਣਾ ਨਹੀਂ ਹੈ। ਸੋ ਅਮੇਜ਼ਿੰਗਲੀ ਜਿਹੜਾ ਬੜੂ ਸਾਹਿਬ ਦਾ ਕੈਂਪਸ ਹੈ ਉਹ ਅਜੇ ਵੀ ਫੰਕਸ਼ਨ ਕਰ ਰਿਹਾ ਹੈ ਐਮਿਡਸ ਦ ਐਂਟਾਇਰ ਲੋਕਡਾਊਨ। I am of the feeling कि भी कुछ समय period वास्ते, I think in the months of May and June, probably we were the only school which was functional in
इन द एंटायर वर्ल्ड। ਅਸੀਂ ਨਾਰਮਲ ਫੰਕਸ਼ਨ ਕਰਦੇ ਰਹੇ ਜੀ, ਨਾਰਮਲ ਪੜ੍ਹਾਈ, ਖੇਡਾਂ, ਬੱਚੇ, ਦਰਬਾਰ ਸਾਹਿਬ, ਸਭ ਕੁਝ ਨਾਰਮਲ ਐਕਟੀਵਿਟੀ ਕਰਦੀ ਰਹੀ ਜੀ ਇੱਥੇ, ਕਿਉਂਕਿ ਸਾਡਾ ਐਨਕਲੋਜ਼ਡ ਕੈਂਪਸ ਹੈ। ਬਿਲਕੁਲ ਜੀ। ਚਾਰੋਂ ਪਾਸੇ ਸਾਡੀ ਵਾਇਰ ਲੱਗੀ ਹੋਈ ਹੈ, ਇਲੈਕਟ੍ਰਿਕ ਫੈਂਸਿੰਗ ਹੈ, ਔਰ ਇੱਕੋ ਹੀ ਸਾਡਾ ਗੇਟ ਹੈ। ਤੇ ਉਸ ਗੇਟ ਤੇ ਅਸੀਂ ਜੋ ਵੀ ਬਾਹਰੋਂ ਆਉਂਦਾ ਸੀਗਾ ਉਸ ਨੂੰ ਅਸੀਂ ਇੱਕ ਕਮਿਟ ਕਰ ਦਿੱਤਾ ਕਿ ਵੀ ਤੁਸੀਂ ਜੇ ਬਾਹਰੋਂ ਆਓਗੇ ਤੇ 14 ਡੇ ਕੁਆਰੰਟੀਨ ਤੋਂ ਬਾਅਦ ਹੀ ਤੁਸੀਂ ਅੰਦਰ ਆ ਸਕਦੇ ਹੋ ਕੈਂਪਸ ਤੇ। ਸੋ ਆਰ ਐਂਟਾਇਰ ਕੈਂਪਸ ਰਿਮੇਨਡ ਸੈਨੀਟਾਈਜ਼ਡ ਐਂਡ ਸੇਫ। ਹੁਣ ਤੱਕ ਵੀ ਮਹਾਰਾਜ ਦੀ ਕਿਰਪਾ ਨਾਲ ਉਸੇ ਤਰ੍ਹਾਂ ਉਹ ਚੱਲ ਰਿਹਾ ਹੈ। ਸੋ ਇਹ ਅਸੀਂ ਦੇਖਿਆ ਜੀ ਕਿ ਕਿਉਂਕਿ ਇੱਥੇ ਜੋ ਇਹ ਪਵਿੱਤਰ ਧਰਤੀ ਹੈ, ਜੋ ਸੰਤਾਂ ਦਾ ਇੱਥੇ ਪਹਿਰਾ ਹੈ, ਤਾਂ ਹੀ ਅਸੀਂ ਇਹ ਡਿਊਰਿੰਗ ਦਿਸ ਕ੍ਰਿਟੀਕਲ ਪੀਰੀਅਡ ਵੀ ਹੈਵ ਬੀਨ ਏਬਲ ਟੂ ਕੈਰੀ ਔਨ ਵਿਦ ਦ ਚਿਲਡਰਨਸ ਐਜੂਕੇਸ਼ਨ। ਤੇ ਪਿੰਡਾਂ ਦੇ ਸਕੂਲਾਂ ਵਿੱਚ ਵੀ ਅਸੀਂ ਆਲਮੋਸਟ ਨਾਰਮਲ ਕੋਰਸ ਸਾਡਾ ਕਵਰ ਹੋ ਰਿਹਾ ਹੈ। ਅਸੀਂ ਹਾਂਜੀ ਨਾਰਮਲ ਕੋਰਸ ਅਸੀਂ ਕਵਰ ਕਰ ਰਹੇ ਹਾਂ। ਹੋਮਵਰਕ ਬੱਚਿਆਂ ਨੂੰ ਮਿਲ ਰਿਹਾ ਹੈ, ਬੱਚੇ ਹੋਮਵਰਕ WhatsApp ਤੇ ਵਾਪਸ ਟੀਚਰ ਨੂੰ ਭੇਜਦੇ ਆ, ਸਕੈਨ ਕਰਕੇ ਟੀਚਰ ਚੈੱਕ ਕਰਦਾ ਹੈ, ਰਿਕਾਰਡ ਕਰਦਾ ਹੈ, ਅਟੈਂਡੈਂਸ ਰਿਕਾਰਡ ਹੁੰਦੀ ਹੈ। ਸਵੇਰੇ 6 ਵਜੇ ਬੱਚੇ ਬੈਠ ਜਾਂਦੇ ਆ, ਲਿਖਤੇ ਸਾਰੇ ਕਰਦੇ ਆ ਆਪਣੇ ਕਲਾਸ ਟੀਚਰ ਦੇ ਨਾਲ। ਸੋ ਆਲਮੋਸਟ ਨਾਰਮਲ ਰੂਟੀਨ, ਮਤਲਬ ਇਹ ਬਹੁਤ ਹੀ ਐਂਗੇਜਿੰਗ ਚੀਜ਼ ਰਹੀ ਹੈ ਜੀ ਕਿ ਬੱਚਿਆਂ ਨੂੰ ਇਸ ਕ੍ਰਿਟੀਕਲ ਪੀਰੀਅਡ ਵਿੱਚ ਅਸੀਂ ਐਂਗੇਜ ਰੱਖਿਆ ਹੈਗਾ। ਗੁਰੂ ਨਾਲ ਵੀ ਜੁੜੇ ਰਹੇ ਹਨ, ਪੜ੍ਹਾਈ ਨਾਲ ਵੀ ਜੁੜੇ ਰਹੇ ਹਨ, ਐਂਡ ਦੇ ਹੈਵ ਬੀਨ engaged effectively ਕਿ ਪ੍ਰੋਡਕਟਿਵ ਉਹਨਾਂ ਦਾ ਜੀਵਨ ਕੰਟੀਨਿਊ ਚੱਲਦਾ ਰਹੇ। ਤੇ ਅਸੀਂ ਐਂਡ ਅਪ੍ਰੈਲ ਵਿੱਚ ਅਸੀਂ ਇੱਕ ਸਾਰੇ ਸਕੂਲਸ ਦੀ ਜੋ ਪੜ੍ਹਾਈ ਹੋਈ ਸੀ 1 ਮਹੀਨੇ ਵਿੱਚ, ਉਸ ਦੀ ਅਸੀਂ ਆਨਲਾਈਨ ਇਵੈਲੂਏਸ਼ਨ ਕੀਤੀ। ਫਿਰ ਮਈ ਵਿੱਚ ਦੁਬਾਰਾ ਮਿਡ ਜੂਨ ਵਿੱਚ ਦੁਬਾਰਾ ਕੀਤੀ ਇਵੈਲੂਏਸ਼ਨ। ਹੁਣ ਅਸੀਂ ਹਾਫ ਈਅਰਲੀ ਐਗਜ਼ਾਮ ਲੈਣੇ ਹਨ 15 ਸਤੰਬਰ ਤੋਂ ਬਾਅਦ। ਸੋ ਐਸ ਫਾਰ ਐਸ ਚਿਲਡਰਨ ਆਰ ਕੰਸਰਨਡ ਆਲਮੋਸਟ ਨਾਰਮਲ ਪੜ੍ਹਾਈ ਚੱਲ ਰਹੀ ਹੈ ਜੀ। ਬਸ ਇੱਕ ਜ਼ਰੂਰ ਆਪ ਸ਼ੇਅਰ ਕਰੋ ਕਿ ਜਿਸ ਤਰ੍ਹਾਂ ਆਪ ਦੀ ਸੇਵਾ ਚ ਆ ਕੇ ਲੱਗੇ ਐਜ਼ ਅ ਹਿਊਮਨ ਬੀਇੰਗ, ਆਪਾਂ ਆਪਣੇ ਇੰਸਟੀਚਿਊਟ ਨਾਲ ਜੋੜੀਏ, ਕਿੱਥੇ ਆਪ ਜੀ ਦਾ ਰੋਲ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਕਿਸ ਲੈਵਲ ਤੇ ਡਾਕਟਰ ਅਸੀਂ ਦੇਖਦੇ ਆ ਕਰਦੇ ਨੇ, ਬਹੁਤ ਵੱਡੇ ਲੈਵਲ ਤੇ ਡਾਕਟਰ ਆਪਰੇਟ ਕਰਦੇ ਨੇ, ਇੱਕ ਟੋਟਲ ਡਿਫਰੈਂਟ ਫੀਲਡ ਵਿੱਚ ਆ ਕੇ ਜੋ ਮਹਾਰਾਜ ਨੇ ਸੇਵਾ ਝੋਲੀ ਵਿੱਚ ਪਾਈ ਹੈ ਐਜ਼ ਅ ਹਿਊਮਨ ਬੀਇੰਗ, ਵਿਦਿਆ ਦਾ ਜੋ ਦਾਨ ਹੈ, ਜੋ ਵਿਦਿਆ ਆਪ ਜੀ ਬੱਚਿਆਂ ਵਿੱਚ, ਕਿਉਂਕਿ ਜੋ ਆਪਾਂ ਬੀਜ ਅੱਜ ਬੀਜ ਰਹੇ ਆ, ਇਹ ਫੁਲਵਾੜੀ ਨੇ ਅੱਗੇ ਜਾ ਕੇ ਇਸ ਤੇ ਅਮਲ ਕਰਕੇ ਆਪਣਾ ਜੀਵਨ ਸੇਧ ਲੈ ਕੇ ਆਪਣੀ ਜੀਵਨ ਅੱਗੇ ਚਲਾਉਣਾ ਹੈ। ਇਹਦੇ ਬਾਰੇ ਜ਼ਰੂਰ ਸੰਗਤਾਂ ਨਾਲ ਸਾਂਝ ਪਾਓ ਜੀ ਕਿ ਆਪ ਜੀ ਦੀ ਅੰਦਰੂਨੀ ਜਿਹੜੀ ਬੰਦੇ ਨੂੰ ਇੱਕ ਸੈਟੀਸਫੈਕਸ਼ਨ ਆਪਾਂ ਨੂੰ ਮਿਲਦੀ ਹੈ ਜਦੋਂ ਆਪਾਂ ਕੋਈ ਵੀ ਕਾਰਜ ਕਰਦੇ ਆ, ਇੱਕ ਇਨਰ ਹੈਪੀਨੈਸ ਆਪਣੇ ਜੀਵਨ ਵਿੱਚ ਆਉਂਦੀ, ਜ਼ਰੂਰ ਆਪ ਜੀ ਇਹਦੇ ਨਾਲ ਸ਼ੇਅਰ ਪਾਓ। ਇਹ ਜਿਹੜਾ ਨਵਾਂ ਕਨਸੈਪਟ ਸੀ ਟੂ ਐਮਲਗੇਮੇਟ ਵਰਲਡਲੀ ਐਜੂਕੇਸ਼ਨ ਐਂਡ ਸਪਿਰਿਚੁਅਲ ਐਜੂਕੇਸ਼ਨ, ਇਹ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ੁਰੂ ਤੋਂ ਹੀ ਦੇ ਦਿੱਤਾ ਸੀਗਾ। ਜਦ ਉਹਨਾਂ ਨੇ ਪਾਂਡੇ ਨੂੰ ਕਿਹਾ ਸੀਗਾ ਕਿ ਵੀ ਅਸਲੀ ਵਿਦਿਆ ਜਿਹੜੀ ਹੈ ਉਹ ਬ੍ਰਹਮ ਵਿਦਿਆ ਹੈ, ਤੇ ਉਹਨਾਂ ਨੇ ਉਹ ਬ੍ਰਹਮ ਵਿਦਿਆ ਦੇਣ ਵਾਸਤੇ 4 ਉਦਾਸੀਆਂ ਕੀਤੀਆਂ, 28,000 ਕਿਲੋਮੀਟਰ ਟਰੈਵਲ ਕੀਤਾ ਔਰ ਅਨੇਕਾਂ ਲੋਕਾਂ ਨੂੰ ਉਤਾਰਿਆ, ਦੱਸਿਆ ਕਿ ਵੀ ਅਸਲੀ ਵਿਦਿਆ ਕਿਹੜੀ ਵਿਦਿਆ ਹੈ ਜੀ। ਤੇ ਉਹ ਕਨਸੈਪਟ ਕਿਉਂਕਿ ਇੰਨੇ ਸਾਲ ਲੰਘ ਗਏ ਸੀ, ਉਸਨੂੰ ਰੀਸਰੈਕਟ ਰੀਜੂਵਿਨੇਟ ਕਰਨ ਦੀ ਲੋੜ ਸੀ। ਤੇ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਉਹ ਕਨਸੈਪਟ ਦੁਬਾਰਾ ਖੜਾ ਕੀਤਾ ਤੇ ਆਪਣੇ ਸੇਵਕ ਸੰਤ ਤੇਜਾ ਸਿੰਘ ਜੀ ਨੂੰ ਇਹ ਬਚਨ ਕੀਤੇ ਕਿ ਇੱਕ ਐਸਾ ਸਥਾਨ ਹੈ ਹਿਮਾਲਿਆ ਪਰਬਤ ਦੇ ਜਿੱਥੋਂ ਕੇ ਬੱਚੇ ਬੱਚੀਆਂ ਦੁਨਿਆਵੀ ਤੇ ਅਧਿਆਤਮਕ ਵਿਦਿਆ ਲੈ ਕੇ ਪੂਰੀ ਦੁਨੀਆ ਵਿੱਚ ਜਾਣਗੇ। ਤੇ ਇਹ ਨਾਮ ਬਾਣੀ ਦਾ ਜੋ ਮੈਸੇਜ ਹੈ, ਅਮਨ ਸ਼ਾਂਤੀ ਦਾ ਮੈਸੇਜ ਹੈ, ਜੋ ਇੰਟਰਨੈਸ਼ਨਲਿਜ਼ਮ ਦਾ ਜੋ ਕਨਸੈਪਟ ਹੈ, ਉਹ ਉਸਨੂੰ ਪੂਰੀ ਦੁਨੀਆ ਨੂੰ ਦੇਣਗੇ। ਹੁਣ ਜਿਹੜੇ ਕਨਸੈਪਟ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਉਸ ਸਮੇਂ ਕੀਤੇ ਸੀ, ਉਸ ਸਮੇਂ ਜਿਹੜੇ ਉਹਨਾਂ ਨੇ ਇਨਸੀਏਟ ਕੀਤੇ ਸੀ, ਉਹ ਅਸੀਂ ਦੇਖ ਰਹੇ ਹਾਂ ਕਿ ਉਹ ਜਾਰਗਨ ਬਣ ਰਿਹਾ ਹੈ ਅੱਜ ਕੱਲ ਦੀ ਮਾਡਰਨ ਇੰਡੀਆ ਦਾ। ਜਿਹੜੇ ਬੈਰੀਅਰਸ ਹਨ ਨੇਸ਼ਨਸ ਵਿੱਚ, ਉਹ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰਾ ਯੂਰਪ ਇੱਕ ਹੋ ਗਿਆ ਹੈ ਜੀ। ਉਹ ਕਨਸੈਪਟ ਇੰਟਰਨੈਸ਼ਨਲਿਜ਼ਮ ਦਾ ਗੁਰੂ ਨਾਨਕ ਸਾਹਿਬ ਨੇ ਜੋ 15ਵੀਂ ਸਦੀ ਵਿੱਚ ਜੋ ਕੀਤਾ ਸੀ, ਉਹ ਹੁਣ ਅਸੀਂ ਉਸੇ ਨੂੰ ਸਾਕਾਰ ਕਰਦੇ ਹੋਏ ਇਹ ਜੋ ਕਨਸੈਪਟ ਹੈ स्पिरिचुअल एजुकेशन और दुनियावी विद्या का जी, बेसिकली गुरु नानक देव जी महाराज जी ने जब किया विद्या विचारी था परोपकारी, जो विद्या का कॉन्सेप्ट है वो कंप्लीटली इंटरट्वाइंड है कि परोपकार दे नाल। जे सानू किसी भी ज्ञान नाल असी परोपकार कर रहे हैं, लुकाई दा भला कर रहे हैं,
ਲੋਕਾਂ ਵਿੱਚ ਅਮਨ ਸ਼ਾਂਤੀ ਫੈਲਾ ਰਹੇ ਹਾਂ, ਲੋਕਾਂ ਨੂੰ ਜੋ ਤਕਲੀਫਾਂ ਹਾਂ ਉਹ ਦੂਰ ਕਰ ਰਹੇ ਹਾਂ, ਤੇ ਉਹ ਅਸੀਂ ਜੋ ਨੌਲੇਜ ਗੇਨ ਕੀਤਾ ਹੈ that is useful to the humanity ਤੇ ਉਸ ਨੂੰ ਅਸੀਂ ਵਿਦਿਆ ਕਹਿੰਦੇ ਹਾਂ। ਦੁਨਿਆਵੀ ਡਿਗਰੀ ਦਾ ਵਿਦਿਆ ਦੇ ਨਾਲ ਬੜਾ ਲਿਮਿਟਡ ਜਿਹਾ ਲਿੰਕ ਹੈ, ਆਲਮੋਸਟ ਨੋ ਰੋਲ ਆਲ ਟੁਗੇਦਰ। ਇਨਫੈਕਟ ਬਾਬਾ ਇਕਬਾਲ ਸਿੰਘ ਜੀ ਤੇ ਕਹਿੰਦੇ ਹਨ ਕਿ ਦੁਨਿਆਵੀ ਵਿਦਿਆ ਦੇ ਨਾਲ ਨਾਲ ਜਿਹੜੀ ਹਿਊਮਨ ਵੈਲਿਊਜ਼ ਉਹ ਇਵੋਲਵ ਹੋਣੀਆਂ ਮੁਸ਼ਕਲ ਹੋ ਜਾਂਦੀਆਂ ਹਨ, ਕਿਉਂਕਿ ਦੁਨਿਆਵੀ ਗਿਆਨ ਸਾਨੂੰ ਸਾਡੀ ਹਉਮੈ ਵਧਾ ਦਿੰਦਾ ਹੈ। ਐਂਡ ਈਗੋ ਇਜ਼ the root cause of all evil on this planet। जितने भी evil देख रहे हैं, जो लड़ाइयां झगड़े हो रहे हैं, सारे ईगो ਦਾ ਹੀ ਹੱਲ ਹੈ। ਸੋ ਆਪੋ ਸੇ ਇਸੇ ਦਾ ਕਹਿੰਦੇ ਹਨ ਕਿ ਇਨਵਰਸ ਰਿਲੇਸ਼ਨਸ਼ਿਪ ਹੈ ਵਰਲਡਲੀ ਐਜੂਕੇਸ਼ਨ ਦਾ ਔਰ स्पिरिचुअल प्रोग्रेस ਦਾ ਇਨਵਰਸ ਰਿਲੇਸ਼ਨਸ਼ਿਪ ਹੈ। ਉਸ ਨੂੰ ਐਮਲਗੇਮੇਟ ਕੀਤਾ ਸੰਤ ਅਤਰ ਸਿੰਘ ਮਹਾਰਾਜ ਜੀ ਨੇ, ਸੰਤ ਤੇਜਾ ਸਿੰਘ ਮਹਾਰਾਜ ਜੀ ਨੇ। ਜੋ ਕਨਸੈਪਟ ਗੁਰੂ ਨਾਨਕ ਸਾਹਿਬ ਦਾ ਸੀਗਾ, ਜੋ ਕਨਸੈਪਟ ਐਜੂਕੇਸ਼ਨ ਦਾ ਸੀਗਾ ਪੁਰਾਤਨ ਸਮੇਂ ਦਾ, ਉਸ ਨੂੰ ਉਹਨਾਂ ਨੇ ਨਵੀਂ ਦਿਸ਼ਾ ਦੇ ਦਿੱਤੀ ਕਿ ਭਈ ਅਸੀਂ ਦੁਨਿਆਵੀ ਵਿਦਿਆ ਵੀ ਜ਼ਰੂਰ ਦੇਵਾਂਗੇ, ਕਿਉਂਕਿ ਦੁਨਿਆਵੀ ਵਿਦਿਆ ਸਾਨੂੰ ਸਿਖਾਉਂਦੀ ਹੈ ਆਪਣਾ ਨਿਰਵਾਹ ਕਰਨਾ। ਭਾਵੇਂ ਕੋਈ ਕਾਰਡੀਓਲੋਜਿਸਟ ਬਣਿਆ ਹੈ ਤੇ ਭਾਵੇਂ ਕੋਈ ਕਾਰਪੈਂਟਰ ਹੈ, ਗੱਲ ਤੇ ਇਹ ਹੈ ਕਿ ਉਸਦੇ ਹੁਨਰ ਨਾਲ ਕਿਵੇਂ ਉਹਦਾ ਨਿਰਵਾਹ ਹੋ ਰਿਹਾ ਹੈ। ਜੇ ਨਿਰਵਾਹ ਦੇ ਨਾਲ ਨਾਲ ਲੋਕ ਭਲਾਈ ਵੀ ਹੋ ਰਹੀ ਹੈ, ਫਿਰ ਉਹ ਐਜੂਕੇਸ਼ਨ ਜਿਹੜੀ ਹੈ ਉਹ ਵੈਲਿਊ ਬੇਸਡ ਐਜੂਕੇਸ਼ਨ ਬਣ ਜਾਂਦੀ ਹੈ, ਫਿਰ ਉਹ ਵਿਦਿਆ ਕਹਿਲਾਉਂਦੀ ਹੈ। ਸੋ ਇਹ ਜਿਹੜਾ ਕਨਸੈਪਟ ਹੈ, ਇਸ ਨੂੰ ਪ੍ਰਫੁੱਲਿਤ ਕਰਦੇ ਹੋਏ ਸੰਤ ਤੇਜਾ ਸਿੰਘ ਮਹਾਰਾਜ ਜੀ ਨੇ 6 ਬੱਚਿਆਂ ਨਾਲ ਇਹ ਸਕੂਲ ਬੜੂ ਸਾਹਿਬ ਸ਼ੁਰੂ ਕੀਤਾ। ਹੁਣ ਇਹ ਕਨਸੈਪਟ ਐਕਸਪੈਂਡ ਹੋ ਕੇ 120 ਸਕੂਲ in 5 different states, 60,000 children ਜੋ ਕਿ ਸਾਰੇ ਬਾਣੀ ਤੇ ਬਾੜ ਨਾਲ ਜੁੜੇ ਹਨ। ਸਾਰੇ ਸਕੂਲਾਂ ਵਿੱਚ ਪਹਿਲਾਂ 1 ਘੰਟਾ ਨਿਤਨੇਮ ਸਾਹਿਬ ਦਾ ਪਾਠ ਹੁੰਦਾ ਹੈ, ਬੱਚਿਆਂ ਨੂੰ ਵੈਲਿਊਜ਼ ਦੱਸੀਆਂ ਜਾਂਦੀਆਂ ਹਨ ਤੇ ਉਸ ਤੋਂ ਬਾਅਦ ਫਿਰ ਉਹ ਦੁਨਿਆਵੀ ਵਿਦਿਆ ਲੈਂਦੇ ਹਨ। ਦੁਨਿਆਵੀ ਵਿਦਿਆ ਵੀ ਉੱਚ ਕੋਟੀ ਦੀ ਬੜੀ ਹਾਈ ਕੁਆਲਿਟੀ ਐਜੂਕੇਸ਼ਨ। ਦਾਸ ਨੂੰ ਇਹ ਸਭ ਨਾਲ ਸ਼ੇਅਰ ਕਰਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੀ ਡਿਸਟ੍ਰਿਕਟਸ ਵਿੱਚ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਸਾਡੇ ਬੱਚੇ ਇਥੋਂ ਦੇ ਪੜੇ ਹੋਏ ਦੁਨਿਆਵੀ ਐਜੂਕੇਸ਼ਨ ਵਿੱਚ ਵੀ ਸਕੂਲ ਬੋਰਡ ਵਿੱਚ ਉਹ ਫਸਟ ਆਇਆ ਆਪਣੇ ਡਿਸਟ੍ਰਿਕਟ ਵਿੱਚ। ਜਿਹੜਾ ਸਾਡਾ ਇੱਥੇ ਬੱਚਾ ਬੜੂ ਸਾਹਿਬ ਵਿੱਚ ਸਾਇੰਸ ਦੀ ਬੱਚੀ ਪੜ੍ਹੀ, ਜਿਹੜੀ ਇਸਨੇ ਪਾਸ ਕੀਤੀ 12ਵੀਂ ਕਲਾਸ, she has stood first in the entire Himachal Pradesh with the highest marks on 98.4%। so ਇਹ ਜੋ ਯੂਨੀਕ ਐਗਜ਼ਾਮਪਲ ਹੈ ਕਿ ਬੱਚੇ ਦਾ ਜੇ ਅਸੀਂ ਡਿਸਟਰੈਕਸ਼ਨਸ ਖਤਮ ਕਰ ਦਿੰਦੇ ਹਾਂ, ਬੱਚੇ ਨੂੰ ਮੈਡੀਟੇਟ ਕਰਵਾਉਂਦੇ ਹਾਂ, ਉਸ ਨੂੰ ਗੁਰੂ ਨਾਲ ਜੋੜਦੇ ਹਾਂ, ਤੇ ਦੁਨਿਆਵੀ ਵਿਦਿਆ ਵਿੱਚ ਵੀ ਉਹ ਬੜੀ ਉੱਚ ਕੋਟੀ ਤੇ ਬੱਚਾ ਪਹੁੰਚ ਜਾਂਦਾ ਹੈ। ਉਸ ਦੀ ਕਨਸੈਂਟ੍ਰੇਸ਼ਨ ਵੱਧ ਜਾਂਦੀ ਹੈ, ਪ੍ਰੋਬਲਮ ਸੋਲਵਿੰਗ ਐਬਿਲਿਟੀ ਬੱਚੇ ਦੀ ਵੱਧ ਜਾਂਦੀ ਹੈ। ਔਰ ਪ੍ਰੋਬਲਮ ਸੋਲਵਿੰਗ ਕਿਸ ਤਰ੍ਹਾਂ ਦੀ, ਜਿਹੜੀ ਹਿਊਮਨ ਵੈਲਿਊਜ਼ ਦੇ ਨਾਲ ਇਨਗ੍ਰੇਨਡ ਹੈ। ਸੋ ਇਹ ਕਨਸੈਪਟ ਹੈ ਜੀ ਜੋ ਸਾਨੂੰ ਦੇਣ ਹੈ ਸੰਤ ਅਤਰ ਸਿੰਘ ਮਹਾਰਾਜ ਜੀ ਦੀ, ਸੰਤ ਤੇਜਾ ਸਿੰਘ ਮਹਾਰਾਜ ਜੀ ਦੀ। संत तेजा सिंह महाराज जी इतने आप हाईली एजुकेटेड सी। आप जी ने 1896 विच आप जी ने सिविल सर्विसेज का एग्जाम पास किया सीगा। इन 1896 he became a civil servant in India। 4 साल नौकरी करके उन्होंने लग्या जी मेरे जीवन का उद्देश्य ये नहीं है। रिजाइन करके उन्होंने आके वाइस प्रिंसिपल की जॉब ज्वाइन कर दी खालसा कॉलेज अमृतसर में। सो इन्ना ही नहीं, जब संतां की सेवा विच आए तो उस तो बाद संतां ने उन्होंने भेजा भाई तुसीं जाओ बाहर जाके उन्हां दी जो दुनियावी विद्या उसी ट्रेनिंग लेके आओ ते नाल जाके उन्होंने दसो वैसटर्न कंट्रीज नूं कि जिहड़ा अध्यात्मक ज्ञान है वो दुनियावी ज्ञान तो बहुत उच्चे है और रिद्धियां सिद्धियां तो भी बहुत उच्चे है। जे वैसटर्नर्स आते हैं हिंदुस्तान तो रिद्धियां सिद्धियां में उलझ के रह जाते हैं। जो असली स्पिरिचुअलिटी है, अध्यात्म है, उससे भी बहुत परे है। सो एक कॉन्सेप्ट देने वास्ते आप जी पहला इंग्लैंड गए, कैम्ब्रिज यूनिवर्सिटी विच आप जी ने उत्थे दस्तार शुरू कराई पहली बारी। जे असी इस चीज नूं ही देखिए, ये गल है जी तकरीबन 1906-7 के आसपास की गल है कि संत महाराज इंग्लैंड पहुंचे, ऑक्सफोर्ड विच उन्होंने किसी कॉलेज में दाखला ले लिया ते किसी प्रेमी ने उन्होंने मेहना मारता कि भी इत्थे ते तू दस्तार पाके पढ़ रहे हैं, कैम्ब्रिज यूनिवर्सिटी जाके देख, उसे तुहानू कोई दस्तार नहीं पान देगा। ते संतां ने कहा भी ये भी हुक्म सी संत अतर सिंह महाराज जी दा कि साबत सूरत रहना है। ते जे मैं इत्थे आया ते मैं जे ये चीज ठीक नहीं की ते भी आना सफला नहीं होया। सो आप जी कैम्ब्रिज गए, उत्थे जाके आप जी ने दाखला लिया कैम्ब्रिज यूनिवर्सिटी विच।
ਤੇ ਪ੍ਰੈਜ਼ੀਡੈਂਟ ਜਿਹੜਾ ਯੂਨੀਵਰਸਿਟੀ ਦਾ ਸੀਗਾ ਉਸਨੂੰ ਜਾ ਕੇ ਮੀਟਿੰਗ ਕੀਤੀ ਉਸ ਨਾਲ ਅਪਾਇੰਟਮੈਂਟ ਲਈ ਤੇ ਉਸਨੂੰ ਸਮਝਾਇਆ ਜੀ ਕਿ ਸਿੱਖ ਧਰਮ ਇਸ ਤਰ੍ਹਾਂ ਦਾ ਧਰਮ ਹੈ ਔਰ ਸਾਡੇ ਧਰਮ ਵਿੱਚ ਇਹ ਕੇਸ ਕਤਲ ਕਰਾਉਣਾ ਜਾਂ ਦਸਤਾਰ ਅਸੀਂ ਪਾਣਾ ਜ਼ਰੂਰੀ ਹੈ, ਕੇਸ ਕਤਲ ਅਸੀਂ ਨਹੀਂ ਕਰਾ ਸਕਦੇ। ਉਹ ਬੰਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਇਤਨਾ ਪ੍ਰਭਾਵਿਤ ਹੋਇਆ ਕਿ ਉਸਨੇ ਐਲਾਨ ਕਰਤਾ ਕਿ ਵੀ ਤੁਸੀਂ ਇੱਥੇ ਜੀ ਆਇਆ ਹੋ, ਤੁਸੀਂ ਇੱਥੇ ਬੜੇ ਸਤਿਕਾਰ ਨਾਲ ਆ ਕੇ ਪੜੋ, ਆਪਣੀ ਡਿਗਰੀ ਹਾਸਲ ਕਰੋ ਤੇ ਅੱਜ ਤੋਂ ਬਾਅਦ ਕੋਈ ਵੀ ਜੋ ਸਿੱਖ ਬੱਚਾ ਇੱਥੇ ਆਏਗਾ ਉਸਨੂੰ ਅਸੀਂ ਕੇਸ ਕਤਲ ਕਰਨ ਵਾਸਤੇ ਹੈਟ ਪਾਉਣ ਵਾਸਤੇ ਨਹੀਂ ਅਸੀਂ ਕਰਾਂਗੇ। ਸੋ ਜੇ ਅਸੀਂ ਇਹ ਸੋਚੀਏ ਕਿਸੇ ਕੁਝ ਸਮੇਂ ਵਾਸਤੇ ਕਿ ਉਸ ਸਮੇਂ 1906 ਵਿੱਚ ਉਹਨਾਂ ਨੇ ਕੀ ਦਲੀਲਾਂ ਦਿੱਤੀਆਂ ਹੋਣੀਆਂ ਕੈਂਬਰਿਜ ਦੇ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਜਿਸ ਨਾਲ ਉਹ ਪ੍ਰਭਾਵਿਤ ਹੋ ਗਿਆ। ਵੀ ਕੈਨ ਇਮੇਜਿਨ ਦ ਇੰਟੈਲੈਕਟ ਆਫ ਸੰਤ ਤੇਜਾ ਸਿੰਘ ਜੀ। ਜਦ ਆਪ ਜੀ ਹਾਰਵਰਡ ਯੂਨੀਵਰਸਿਟੀ ਤੋਂ ਏਐਮ ਕਰਕੇ ਵਾਪਸ ਆਏ ਤੇ ਆਪ ਜੀ ਨੂੰ ਫਿਰ ਦੁਬਾਰਾ ਸੰਤਾਂ ਨੇ ਸੇਵਾ ਚ ਲਗਾਤਾ ਕਿ ਵੀ ਬੱਚਿਆਂ ਨੂੰ ਪੜ੍ਹਾਉਣਾ ਹੈ ਔਰ ਇਹ ਜੋ यूनिक कॉन्सेप्ट है उसकी बीज आपने बो दी ते नाल आदेश दिता कि बड़ू साहब की धरती पकड़ करके इस मिशन को अगे फैलाना है। सो वो जिहड़े बचन होए सी संतां दे वो हुण अनफोल्ड हो रहे हैं जो आप जी देख रहे हो। संतां महापुरुषां की बख्शिश है, उन्हां दे ही बचन हैं, उन्हां दी ही कृपा है, वही करता हैं, वही करनहार हैं जो करवा रहे हैं। डॉक्टर साहब जी संतां दी गल कर रहे सी, संतां बारे आप जी जिक्र कर रहे कि ਵੱਖ-ਵੱਖ ਮਹਾਂਪੁਰਖਾਂ ਦੀ ਵੱਖ-ਵੱਖ ਡਿਊਟੀਆਂ ਨੇ ਕਿ ਆਪ ਜੀ ਦੇਖਦੇ ਹੋ ਕਿ ਇੱਧਰ ਆਪ ਜੀ ਦੀ ਸੰਸਥਾ ਵਿਦਿਆ ਦੇ ਵਿੱਚ ਬੜੀ ਵੱਡੀ ਸੇਵਾ, ਬੜੀ ਵੱਡੀ ਡਿਊਟੀ ਨਿਭਾ ਰਹੇ ਹਨ। ਦੂਜੇ ਪਾਸੇ ਕਾਰ ਸੇਵਾ ਦੇ ਵਿੱਚ ਆਪਾਂ ਦੇਖਦੇ ਹਾਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਸਾਹਿਬ ਵਾਲੇ, ਸਤਿਕਾਰਯੋਗ ਭਾਈ ਮੋਹਿੰਦਰ ਸਿੰਘ ਜੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਵਾਲੇ, ਵੱਖ-ਵੱਖ ਸੰਸਥਾਵਾਂ ਲੱਗੀਆਂ ਹੋਈਆਂ ਹਨ। ਬਾਬਾ ਸੀਚੇਵਾਲ ਵਾਲੇ ਜਿਹੜੇ ਕਾਲੀ ਬਹੀਰ ਸਿੰਘ, ਇਹ ਡਿਊਟੀ ਮਹਾਂਪੁਰਖਾਂ ਦੀ ਮਾਲਕ ਇਹਨਾਂ ਦੀ ਡਿਊਟੀ ਲਾਉਂਦੇ ਨੇ। ਇਹ ਫਿਰ ਸੰਗਤਾਂ ਨੂੰ ਜੋੜ ਕੇ ਕਾਰਜ ਸੰਪੂਰਨ ਕਰਾਉਂਦੇ ਨੇ। ਬੜਾ ਕਈ ਵਾਰੀ ਲੋਕ ਬੜਾ ਰੋਂਗ ਕਨਸੈਪਟ ਨਾਲ ਸੋਚ ਕੇ ਸਾਧੂ ਮਾਤਾ ਮਗਰ ਲੱਗੇ ਨੇ, ਮਗਰ ਨਹੀਂ ਕੋਈ ਲੱਗਦਾ ਕੋਈ ਦੇਣ ਹੈ, ਕੋਈ ਉਹਨਾਂ ਵਿੱਚ ਗੁਣ ਹੈ, ਕੋਈ ਮਾਲਕ ਦੀ ਬਖਸ਼ਿਸ਼ ਹੈ ਕਿ ਜਿਹੜੀ ਉਹ ਮਾਰਗ ਤੇ ਪਾ ਕੇ ਇੱਕ ਟੀਚਰ ਉਹਨਾਂ ਨੂੰ ਮਾਰਗ ਤੇ ਪਾ ਕੇ ਆਪਣੇ ਬੱਚਿਆਂ ਨੂੰ ਡਿਸਾਈਪਲ ਨੂੰ ਉਸ ਮਾਲਕ ਨਾਲ ਜੋੜਦੇ ਹਨ। ਆਪ ਵੀ ਥੋੜਾ ਜਿਹਾ ਜ਼ਿਕਰ ਪਾਓ। ਇਹ ਚੀਜ਼ ਤੁਰੋਂ ਹੀ ਹੁਕਮ ਹੁੰਦਾ ਹੈ ਸੰਤਾਂ ਮਹਾਂਪੁਰਸ਼ਾਂ ਨੂੰ ਜੀ, ਬ੍ਰਹਮ ਗਿਆਨੀਆਂ ਨੂੰ, ਉਹੀ ਉਹਨਾਂ ਦੀ ਚੋਜ ਹੀ ਹੁੰਦੀ ਹੈ ਕਿ ਕਿਵੇਂ ਇਸ ਨੂੰ ਉਹਨਾਂ ਨੇ ਕਿਹੜਾ ਐਸਪੈਕਟ ਪਰਉਪਕਾਰ ਦਾ ਉਹਨਾਂ ਨੇ ਅੱਗੇ ਲਿਜਾਣਾ। ਤੇ ਦਾਸਿਕ ਆਪ ਜੀ ਐਗਜ਼ਾਮਪਲ ਦੇਗਾ ਜਿਸ ਵੇਲੇ ਸੰਤ ਤੇਜਾ ਸਿੰਘ ਜੀ ਮਹਾਰਾਜ खालसा कॉलेज अमृतसर में आए जी ते आप जी खुद अपने जीवन लिखते हैं कि भी मैं उस समय गुरु ग्रंथ साहब नो केवल एक धार्मिक स्पिरिचुअल पुस्तक मनता सी, गुरु नहीं मनता सी। इथे तक के संत तेजा सिंह महाराज जी कहते हैं कि जिस वेले के मैं मथा भी नहीं टेकता सी गुरु ग्रंथ साहब जी नू कि मेरा मनु एक कॉन्सेप्ट समझ नहीं आता सीगा। बाबा इकबाल सिंह इसको क्लैरिफाई करते हैं कि वेस्टर्न एजुकेशन किस तरह साडे पुराने जिहड़े साडे कर्म हैं उन्होंने ढक देंदी है। ते उस वेले जब ये सारा चल रहा सी ते जिस वेले अरदास हुंदी ते जब अरदास समाप्त होंदी नानक नाम चढ़दी कला तेरे पाने सरबत्ता भला ते कोई रूहानी शक्ति आके संत तेजा सिंह महाराज जी नूं घेर दिंदी सी ताकि उन्होंने बदोबदी मत्था टेकना पैंदा सी। ये जब उन्होंने हालत मस्तानी हो जाती सी ते उन्होंने नाल जड़े प्रेमी सीगे होर वो कहते भी असी इत्थे बाबा श्याम सिंह जी आए हैं लाहौर, असी जाके उन्होंने इत्थे अमृतसर असी जाके उन्होंने मिलीए ते वो ये आप जी की दशा ठीक करेंगे। संत तेजा सिंह महाराज जी आप जी को बाबा श्याम सिंह जी को पहुंच गए ते बाबा श्याम सिंह जी ने इन्हों जब मिले ते एको ही बचन किया कि सुनिया संत अतर सिंह जी महाराज लाहौर आए हुए हैं। संत तेजा सिंह महाराज जी ते अपनी जो दुर्दशा होंदी सी उसका हल मंगण गए सी उन्हां कोल। आप जी ने उन्हां दे मत्थे ते लकीर देख लई कि बई इन्हां नूं जो सबक मिलना है गुरमत दा
ਉਹ ਸੰਤ ਅਤਰ ਸਿੰਘ ਮਹਾਰਾਜ ਜੀ ਨੇ ਦੇਣਾ ਹੈ। ਹਾਲਾਂਕਿ ਬਾਬਾ ਸ਼ਾਮ ਸਿੰਘ ਜੀ ਖੁਦ ਵੀ ਬ੍ਰਹਮ ਗਿਆਨੀ ਸੀ, जी ਜੋ ਉਹਨਾਂ ਦੀ ਇਹ ਸਮੱਸਿਆ ਸੀ ਇਹਦਾ ਸਮਾਧਾਨ ਕਰ ਸਕਦੇ ਸੀ, जी जी ਪਰ जी ਉਹਨਾਂ ਨੇ ਦੇਖ ਲਿਆ ਕਿ ਵੀ ਇਹ ਡਿਊਟੀ ਇਸ ਸੇਵਕ ਦੀ ਜਿਹੜਾ ਐਸੋਸੀਏਸ਼ਨ ਹੈ ਇਹ ਸੰਤ ਅਤਰ ਸਿੰਘ ਮਹਾਰਾਜ ਜੀ ਨਾਲ ਹੋਣੀ ਹੈ। ਤੇ ਉਹਨਾਂ ਨੇ ਇਹ ਬਚਨ ਕਰਤੇ। ਉਸ ਤੋਂ ਬਾਅਦ ਉਹ ਆਪ ਆਪਣੀ ਕੁਟੀਆ ਵਿੱਚ ਜਾ ਕੇ ਸਮਾਧੀ ਲਗਾ ਕੇ ਬੈਠ ਗਏ। ਬਾਬਾ ਤੇਜਾ ਸਿੰਘ ਜੀ ਨੂੰ ਗੱਲ ਸਮਝ ਨਹੀਂ ਆਈ ਕਿ ਇਹਨਾਂ ਦਾ ਕੀ ਮੈਸੇਜ ਹੈ, ਤੇ ਆਪ ਜੀ ਕੁਟੀਆ ਦੇ ਬਾਹਰ ਹੀ ਬੈਠੇ ਰਹੇ। ਜਦ ਸ਼ਾਮ ਨੂੰ 4 ਵਜੇ ਆਪ ਜੀ ਨੇ ਦਰਵਾਜ਼ਾ ਖੋਲਿਆ ਬਾਬਾ ਸ਼ਾਮ ਸਿੰਘ ਜੀ ਨੇ, ਤੇ ਦੇਖਿਆ ਕਿ ਸਾਹਮਣੇ ਬੈਠੇ। ਇਹਨਾਂ ਨੇ ਫਿਰ ਮੱਥਾ ਟੇਕਤਾ ਕਿ ਮਹਾਰਾਜ ਮੇਰੇ ਤੇ ਕੋਈ ਭਜਨ ਕਰੋ। ਉਹਨਾਂ ਨੇ ਕਹਿਤਾ ਭਾਈ ਜੋ ਤੈਨੂੰ ਕਹਿਣਾ ਸੀ ਕਹ ਦਿੱਤਾ ਹੈ, ਸੰਤ ਅਤਰ ਸਿੰਘ ਜੀ ਮਹਾਰਾਜ ਲਾਹੌਰ ਆਏ ਹੋਏ ਹਨ, ਹੁਣ ਬਾਕੀ ਤੇਰੀ ਆਪਣੀ ਮਰਜ਼ੀ ਹੈ ਭਾਈ, ਜੋ ਅਸੀਂ ਕਹਿਣਾ ਸੀ ਕਹਿ ਦਿੱਤਾ ਹੈ। ਫਿਰ ਇਸ਼ਾਰਾ ਸਮਝ ਕੇ ਬਾਬਾ ਤੇਜਾ ਸਿੰਘ ਜੀ ਸੰਤ ਅਤਰ ਸਿੰਘ ਜੀ ਮਹਾਰਾਜ ਜੀ ਕੋਲ ਲਾਹੌਰ ਗਏ, ਐਂਡ ਦ ਰੈਸਟ ਇਜ਼ ਹਿਸਟਰੀ ਕਿ ਕਿਸ ਤਰ੍ਹਾਂ ਦੀ ਸੇਵਾ ਵਿੱਚ ਜੁੜ ਗਏ। ਪਰ ਸੋ ਇਹ ਜੋ ਆਪ ਜੀ ਸਵਾਲ ਦੇ ਰਹੇ ਸੀਗੇ ਕਿ ਵੱਖ-ਵੱਖ ਸੰਤਾਂ ਮਹਾਂਪੁਰਸ਼ਾਂ ਦਾ ਇਹ ਪੈਰਾ ਇਹ ਧੁਰੋਂ ਲਿਖਿਆ ਹੋਇਆ ਹੈ, ਆਪਣੀ ਆਪਣੀ ਕਮਾਈ ਦੇ ਹਿਸਾਬ ਨਾਲ ਮਹਾਰਾਜ ਇਹ ਪੈਰਾ ਦੇ ਦਿੰਦੇ ਹਨ ਸੰਤਾਂ ਦੇ। ਸੋ ਸੰਤ ਸਾਰੇ ਮਹਾਂਪੁਰਸ਼ ਉਸ ਨੂੰ ਸੇਵਾ ਨੂੰ ਨਿਭਾ ਰਹੇ ਹੁੰਦੇ ਹਨ, ਚਾਹੇ ਉਹ ਲੰਗਰ ਚੱਲ ਰਹੇ ਹਨ, ਚਾਹੇ ਉਹ ਗੁਰਦੁਆਰੇ ਸਾਹਿਬ ਦੀ ਇਮਾਰਤਾਂ ਬਣ ਰਹੀਆਂ ਹਨ, ਚਾਹੇ ਉਹ ਸਕੂਲ ਕਾਲਜ ਖੁੱਲ ਰਹੇ ਹਨ, ਚਾਹੇ ਕੋਈ ਵੇਹੀ ਨਦੀ ਸਾਫ਼ ਕਰ ਰਹੇ ਹਨ, ਇਹ ਸਾਰੇ ਧੁਰੋਂ ਹੀ ਹੁਕਮ ਹੈ। ਸੋ ਸੰਤ ਆਪਣੀ ਆਪਣੀ ਡਿਊਟੀ ਨਿਭਾ ਰਹੇ ਹਨ, ਤੇ ਇਸ ਵਿੱਚ ਸਾਡੇ ਵਰਗੇ ਤੁਛ ਵਿਅਕਤੀਆਂ ਨੂੰ ਕਿੰਤੂ ਪ੍ਰੰਤੂ ਕਰਨ ਦੀ ਆਪਣੀ ਆਪਣੀ ਸਾਡੀ ਸਮਝ ਹੈ, ਉਸ ਵਿੱਚ ਕੁਝ ਲੋਕ ਉਲਝ ਜਾਂਦੇ ਹਨ, ਪਰ ਇਸ ਕੋਈ ਕਰਨ ਦੀ ਲੋੜ ਨਹੀਂ ਹੈ। ਅਸੀਂ ਜਿੱਥੇ ਜਿੱਥੇ ਸਾਡਾ ਕੋਸ਼ਿਸ਼ ਕਰੀਏ ਕਿ ਅਸੀਂ ਵੀ ਆਪਣਾ ਜੀਵਨ ਸਫਲਾ ਕਰੀਏ, ਜਿੱਥੇ ਵੀ ਜੁੜ ਸਕਦੇ ਹਾਂ ਜੁੜ ਜਾਈਏ, ਤਾਂ ਕਿ ਜਿਹੜਾ ਇਹ ਜੀਵਨ ਹੈ ਅਸੀਂ ਇਹ ਨਾਮ ਬਾਣੀ ਸਿਮਰਨ ਨਾਲ ਆਪਣਾ ਸਫਲਾ ਕਰ ਸਕੀਏ। ਡਾਕਟਰ ਸਾਹਿਬ ਇੱਕ ਬਹੁਤ ਗੱਲ ਹੋਰ ਵੀ ਆਪਾਂ ਤੇ ਗੌਰ ਕਰਨ ਦੀ ਲੋੜ ਹੈ ਕਿ ਸੰਗਤ ਟੀਵੀ ਜੋ ਚੈਨਲ ਆਪਾਂ ਜਿੱਥੇ ਅੱਜ ਗੱਲਬਾਤ ਕਰ ਰਹੇ, ਇਸ ਪਲੇਟਫਾਰਮ ਨੂੰ 10 ਸਾਲ ਹੋ ਗਏ ਨੇ, ਸਤੰਬਰ ਦੇ ਵਿੱਚ ਸ਼ੁਰੂ ਹੋਏ ਨੂੰ। ਸੰਗਤ ਟੀਵੀ ਦਾ ਬਹੁਤ ਵੱਡਾ ਇੱਕ ਸਹਿਯੋਗ ਬੜੂ ਸਾਹਿਬ ਦੀ ਸੰਸਥਾ ਨਾਲ ਜੁੜੇ ਹੋਣ ਕਰਕੇ। ਤੇ ਆਪ ਜੀ ਵੀ ਕੀ ਕਹਿਣਾ ਚਾਹੋਗੇ, ਸੰਗਤ ਟੀਵੀ ਦਾ ਜੋ ਇੱਕ ਮਕਸਦ ਸੀ, ਜੋ ਇਸ ਦੀ ਐਸਟੈਬਲਿਸ਼ਮੈਂਟ ਇਸ ਕਰਕੇ ਸੰਗਤ ਲਈ ਹੈ, ਧਰਮ ਲਈ ਹੈ, ਅੱਛੇ ਕੰਮਾਂ ਦੇ ਲਈ ਹੈ, ਮਨੁੱਖਤਾ ਦੀ ਭਲਾਈ ਲਈ ਹੈ, ਆਪ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ? ਇਸ ਵਿੱਚ ਜੀ ਕੋਈ ਕਿਸੇ ਕਿਸਮ ਦਾ ਸ਼ੱਕ ਨਹੀਂ ਹੈ। ਸੰਗਤ ਟੀਵੀ ਨੇ ਇੱਕ ਬੜੇ ਕ੍ਰੂਸ਼ੀਅਲ ਸਮੇਂ ਵਿੱਚ ਆਪਣਾ ਬੜਾ ਹੀ ਅਹਿਮ ਰੋਲ ਅਦਾ ਕੀਤਾ ਹੈ, ਔਰ ਮੈਨੂੰ ਲੱਗਦਾ ਹੈ ਇਕੱਲਾ ਹੀ ਇੱਕ ਐਸਾ ਚੈਨਲ ਹੈ ਜਿਹੜਾ ਕਿ ਨਿਰੋਲ ਪੰਥਿਕ ਇਸ਼ੂਜ਼ ਵਾਸਤੇ ਔਰ ਨਿਰੋਲ ਗੁਰਬਾਣੀ ਕਥਾ ਕੀਰਤਨ ਵਿੱਚ ਇਨਵੋਲਵਡ ਹੈ। ਬਾਕੀ ਸਾਰੇ ਜਿਤਨੇ ਵੀ ਟੀਵੀ ਚੈਨਲ ਹਨ ਉਹ ਕੁਛ ਨਾ ਕੁਛ ਹੋਰ ਇਸ਼ੂਜ਼ ਨੂੰ ਵੀ ਲੈ ਕੇ ਨਾਲ ਲੱਗੇ ਹੁੰਦੇ ਹਨ। ਜਿਹੜੀ ਬੜੂ ਸਾਹਿਬ ਦੀ ਸੰਸਥਾ ਹੈ ਇਹ ਤੇ ਅਤੀ ਰਿਣੀ ਹੈ ਸੰਗਤ ਟੀਵੀ ਨੂੰ। 500 ਕਰੋੜ ਦਾ ਪ੍ਰੋਜੈਕਟ ਸੀ, ਫਸਟ ਫੇਜ਼ 100 ਕਰੋੜ 150 ਕਰੋੜ ਦਾ ਸੀ। ਸੋ ਇੱਕ ਤੇ ਜੋ ਬਾਬਾ ਜੀ ਨੇ ਇੱਕ ਕਦਮ ਚੁੱਕਿਆ ਕਿ ਅਸੀਂ ਲੋਨ ਲੈ ਕੇ ਇਹ ਪ੍ਰੋਜੈਕਟ ਪੂਰਾ ਕੀਤਾ ਹੈ ਪਰਉਪਕਾਰ ਦਾ, ਤੇ ਨਾਲ ਉਸ ਸਮੇਂ ਸੰਗਤ ਟੀਵੀ ਨੇ ਸਾਡੀ ਬਾਂਹ ਫੜੀ। ਬਾਬਾ ਜੀ ਉਚੇਚੇ ਆਪ ਗਏ ਉੱਥੇ ਇੰਗਲੈਂਡ, ਉੱਥੇ ਜਾ ਕੇ ਆਪ ਜੀ ਨੇ ਸੰਗਤ ਟੀਵੀ ਰਾਹੀਂ ਅਪੀਲ ਕੀਤੀ ਤੇ ਸਾਰੀ ਇੰਗਲੈਂਡ ਦੀ ਸੰਗਤ ਨੇ ਵੱਧ ਚੜ ਕੇ ਬਹੁਤ ਹਿੱਸਾ ਪਾਇਆ। ਉਹ ਜਿਹੜੀ ਕੰਟਰੀਬਿਊਸ਼ਨ ਸੀ ਬਹੁਤ ਹੀ ਕ੍ਰੂਸ਼ੀਅਲ ਡੇ ਸੀ ਸਾਡੇ ਵਾਸਤੇ, ਜੋ ਸੰਗਤ ਨੇ ਸੰਗਤ ਟੀਵੀ ਰਾਹੀਂ ਸਾਨੂੰ ਸਪੋਰਟ ਕੀਤਾ। ਸੋ ਅਸੀਂ ਉਸ ਦੇ ਤਹਿ ਦਿਲੋਂ ਰਿਣੀ ਹਾਂ ਕਿ ਸਾਨੂੰ ਇਹ ਇੱਕ ਕ੍ਰੂਸ਼ੀਅਲ ਟਾਈਮ ਤੇ ਇਹ ਸਪੋਰਟ ਮਿਲੀ। ਉਸ ਤੋਂ ਬਾਅਦ ਵੀ ਜੋ ਸਾਡੀ ਐਕਟੀਵਿਟੀਜ਼ ਗਤੀਵਿਧੀਆਂ ਹਨ, ਸੰਗਤ ਟੀਵੀ ਨੇ ਹਮੇਸ਼ਾ ਹੀ ਉਸ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਔਰ ਸਾਨੂੰ ਸਾਡੀ ਐਕਟੀਵਿਟੀਜ਼ ਨੂੰ ਸੰਗਤ ਤੱਕ ਲਿਜਾਣ 'ਚ ਮਦਦ ਕੀਤੀ। ਔਰ ਸਭੀ ਆਪ ਜੀ ਦੇ ਐਕਸਪੀਰੀਅੰਸ ਦੇ ਵਿੱਚ ਆਪ ਜੀ ਨੇ ਜੋ, ਕਿਉਂਕਿ ਜੀਵਨ ਦੇ ਵਿੱਚ ਬਹੁਤ ਵਡਮੁੱਲਾ ਐਕਸਪੀਰੀਅੰਸ ਹੁੰਦਾ ਹੈ ਵੱਡੇ ਵਡੇਰਿਆਂ ਦਾ, ਆਪ ਜੀ ਜੋ ਅੱਜ ਕੱਲ੍ਹ ਦੇ ਸਮੇਂ ਜਨਰੇਸ਼ਨ ਆ, ਸਾਡੇ ਵੈਸਟਰਨ ਵਰਲਡ ਵਿੱਚ ਸਾਡੇ ਬੱਚੇ ਵੀ ਸੁਣਦੇ ਹਨ, ਪਰਿਵਾਰਾਂ ਵਿੱਚ ਬਹੁਤ ਪਰਿਵਾਰ ਸੁਣਦੇ ਹਨ, ਦੁਨੀਆ ਭਰ ਵਿੱਚ ਸੰਗਤ ਟੀਵੀ ਇਸ ਵਕਤ ਦੇਖਿਆ ਜਾ ਰਿਹਾ ਹੈ। ਆਪ ਜੀ ਕੀ ਕਹਿਣਾ ਚਾਹੋਗੇ ਕਿ ਦੇਖੋ ਕਿ ਵੈਸਟਰਨ ਵਰਲਡ ਵਿੱਚ ਰਹਿ ਕੇ ਬੱਚੇ ਦੋ ਤਰਫਾ ਹੋ ਜਾਂਦੇ ਹਨ, ਕਿਉਂਕਿ ਵੈਸਟਰਨ ਲਾਈਫ ਹੈ, ਇੱਕ ਆਪਣੀ ਧਾਰਮਿਕ ਲਾਈਫ ਹੈ, ਆਪਣੀ ਸਿੱਖੀ ਜੀਵਨ ਦੀ ਲਾਈਫ ਹੈ। ਆਪ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ? ਦਾਸ ਇਸ ਬਾਰੇ ਕੀ ਕਹੇਗਾ ਜੀ? ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਅੰਕ ਤੇ ਇਹ ਦਿਸ਼ਾ ਦਿੱਤੀ ਹੋਈ ਹੈ ਕਿ ਜੀਵਨ ਦਾ ਕੀ ਉਦੇਸ਼ ਹੈ। ਅਸੀਂ ਉਸ ਵੱਲ ਧਿਆਨ ਨਹੀਂ ਦਿੰਦੇ, ਮੈਟੀਰੀਅਲਿਜ਼ਮ ਵਿੱਚ ਅਸੀਂ ਗ੍ਰਸਤ ਹੋ ਜਾਂਦੇ ਹਾਂ। ਫਰੋਮ ਮੀ ਐਂਡ ਮਾਈਨ ਟੂ ਦਊ ਐਂਡ ਦਾਈਨ, ਇਹ ਅਸੀਂ ਸਿੱਖਣਾ ਹੈ।
ਜਿੱਦਾਂ ਬੁੱਲੇ ਸ਼ਾਹ ਜੀ ਕਹਿੰਦੇ ਸੀ, ਰੱਬ ਦਾ ਕੀ ਪਾਣਾ, ਇੱਥੋਂ ਪੁੱਟਣਾ ਉੱਥੇ ਲਾਣਾ। ਸੁਰਤ ਨੂੰ ਸੇਵਾ ਸਿਮਰਨ ਪਰਉਪਕਾਰ ਵਿੱਚ ਲਗਾਉਣਾ, ਇਹੀ ਆਦੇਸ਼ ਹੈ ਜੀ। ਪੰਜਵੇਂ ਪਾਤਸ਼ਾਹ ਨੂੰ ਇਹ ਕਹਿਣਾ ਪੈ ਗਿਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਸ਼ਬਦ ਦਾ ਪ੍ਰਯੋਗ ਕਰਨਾ ਪੈ ਗਿਆ ਪੰਜਵੇਂ ਪਾਤਸ਼ਾਹ ਨੂੰ ਕਿ ਮਤ ਕੋਈ ਭੁਲੇਖੇ ਚ ਪੈ ਜਾਏ ਕਿ ਜਿੰਨਾ ਟਾਈਮ ਮਿਲ ਗਿਆ ਉਨੇ ਟਾਈਮ ਮੈਂ ਨਾਮ ਜਪ ਲਵਾਂ, ਸੇਵਾ ਕਰ ਲਵਾਂ, ਨਹੀਂ ਜੀ। ਇਹ ਆਬਜੈਕਟਿਵ ਸਾਡੇ ਵਾਸਤੇ ਸਿੱਖੀ ਦਾ ਨਹੀਂ ਹੈ। ਸਫਲ ਸਫਲ ਪਈ ਸਫਲ ਯਾਤਰਾ, ਆਵਨ ਜਾਨ ਰਹੇ ਮਿਲੇ ਸਾਦਾ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੇ ਮਨ ਲਾਗਾ ਹਰ ਰੰਗ। ਇਹ ਸਾਡੇ ਵਾਸਤੇ ਸਾਡੇ ਲਾਈਫ ਦੇ ਆਬਜੈਕਟਿਵ ਬਣ ਜਾਣੇ ਚਾਹੀਦੇ ਕਿ ਸਫਲ ਜੀਵਨ ਕੀ ਹੈ। ਬਾਬਾ ਇਕਬਾਲ ਸਿੰਘ ਜੀ ਨੇ ਇਸ ਨੂੰ ਇੱਕ ਮੈਥਮੈਟੀਕਲ ਇਕੁਏਸ਼ਨ ਚ ਪਾ ਦਿੱਤਾ ਹੈ, ਮੈਨ ਮਾਈਨਸ ਈਗੋ ਇਜ਼ ਇਕੁਅਲ ਟੂ ਗॉड। ਸੋ ਸਾਡੇ ਲਾਈਫ ਦਾ ਆਬਜੈਕਟਿਵ ਇੱਕੋ ਹੋ ਜਾਣਾ ਚਾਹੀਦਾ ਕਿ ਕਿਸ ਤਰ੍ਹਾਂ ਮੈਂ ਈਗੋ ਨੂੰ ਖਤਮ ਕਰਨਾ ਹੈ। ਈਗੋ ਖਤਮ ਕਰਨ ਦਾ ਮਤਲਬ ਹੈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਪਰੇ ਹੋ ਜਾਣਾ ਜੀ। ਤਰੀਕਾ ਕੀ ਹੈ? ਸੇਵਾ ਤੇ ਸਿਮਰਨ। ਜਿਹੜੀ ਅਸੀਂ ਵਿਦਿਆ ਲੈ ਰਹੇ ਹਾਂ ਯੂਨੀਵਰਸਿਟੀਆਂ ਵਿੱਚ, ਉਹ ਕੇਵਲ ਸਾਨੂੰ ਨਿਰਵਾਹ ਕਰਨ ਵਿੱਚ ਕੰਮ ਦੇਗੀ। ਜੇ ਅਸੀਂ ਉਸ ਵਿਦਿਆ ਨੂੰ ਪਰਉਪਕਾਰ ਵਿੱਚ ਲਗਾ ਲੈਂਦੇ ਹਾਂ, ਉਸ ਵਿਦਿਆ ਨੂੰ ਇਸਤੇਮਾਲ ਕਰਦੇ ਹਾਂ ਲੋਕਾਂ ਦੀ ਭਲਾਈ ਵਾਸਤੇ, ਫਿਰ ਉਹ ਜਿਹੜੀ ਵਿਦਿਆ ਹੈ ਉਹ ਸਫਲੀ ਹੋ ਜਾਂਦੀ ਹੈ। ਤੇ ਜੋ ਸਾਡਾ ਲਾਈਫ ਦਾ ਮਨੋਰਥ ਸੀਗਾ, ਈਗੋ ਨੂੰ ਕੰਟਰੋਲ ਕਰਨਾ, ਈਗੋ ਨੂੰ ਸਮਾਪਤ ਕਰਨਾ, ਉਸ ਵਿੱਚ ਅਸੀਂ ਸਫਲ ਹੋ ਜਾਂਦੇ ਹਾਂ। ਅਫਸੋਸ ਤੇ ਇਸ ਗੱਲ ਦਾ ਹੈ ਕਿ ਅਸਲੀ ਐਜੂਕੇਸ਼ਨ ਧਾਰਮਿਕ ਐਜੂਕੇਸ਼ਨ ਹੈ, ਸਪਿਰਿਚੁਅਲ ਐਜੂਕੇਸ਼ਨ ਹੈ। ਵਰਲਡਲੀ ਐਜੂਕੇਸ਼ਨ ਇਜ਼ ਓਨਲੀ ਫॉर ਮੇਕਿੰਗ ਅਵਰ ਟੂ ਐਂਡਸ ਮੀਟ। ਔਰ ਸਾਡੇ ਦੁਨੀਆ ਭਰ ਦੇ ਸਾਰੇ ਸਕੂਲ, ਕਾਲਜ, ਯੂਨੀਵਰਸਿਟੀਆਂ ਸਪਿਰਿਚੁਅਲ ਐਜੂਕੇਸ਼ਨ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਹਾਰਵਰਡ ਵਿੱਚ ਜਿਹੜਾ ਡਿਪਾਰਟਮੈਂਟ ਆਫ ਰਿਲੀਜਨ ਹੈ, ਸ਼ਾਇਦ ਸਭ ਤੋਂ ਛੋਟੇ ਡਿਪਾਰਟਮੈਂਟਸ ਵਿੱਚੋਂ ਇੱਕ ਡਿਪਾਰਟਮੈਂਟ ਹੋਵੇਗਾ। ਔਰ ਬਹੁਤ ਸਾਰੀ ਯੂਨੀਵਰਸਿਟੀਆਂ ਵਿੱਚ ਤੇ ਇਹ ਡਿਪਾਰਟਮੈਂਟ ਹੀ ਐਗਜ਼ਿਸਟ ਨਹੀਂ ਕਰਦਾ। ਦਾਸ ਤੇ ਆਪ ਜੀ ਦੇ ਸੰਗਤ ਟੀਵੀ ਰਾਹੀਂ ਇਹ ਅਪੀਲ ਕਰਨਾ ਚਾਹੇਗਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੂੰ ਦਿਸ਼ਾ ਮਿਲ ਜਾਏ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਪੀਸਫੁਲ ਰਹਿ ਸਕੇ, ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਖੁਸ਼ੀ ਜੀਵਨ ਨਿਰਵਾਹ ਕਰ ਸਕਣ, ਤੇ ਬਹੁਤ ਹੀ ਜ਼ਰੂਰੀ ਹੈ ਕਿ ਬੱਚਿਆਂ ਨੂੰ ਅਸੀਂ ਧਾਰਮਿਕ ਸਿੱਖਿਆ, ਸਪਿਰਿਚੁਅਲ ਐਜੂਕੇਸ਼ਨ ਦੇਈਏ। ਹੁਣ ਧਾਰਮਿਕ ਸਿੱਖਿਆ ਉਹ ਨਹੀਂ ਜਿਸ ਨਾਲ ਉਹ ਇੱਕ ਬਾਈਗॉड ਬਣ ਜਾਏਗਾ ਜਾਂ ਫੰਡਾਮੈਂਟਲਿਸਟ ਬਣ ਜਾਏਗਾ, ਉਹ ਧਾਰਮਿਕ ਸਿੱਖਿਆ ਨਹੀਂ ਜੀ। ਗੁਰੂ ਸਾਹਿਬ ਨੇ ਸਾਨੂੰ ਇੱਕ ਮੰਤਰ ਦੇ ਦਿੱਤਾ ਜੀ, ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ, ਪੋਥੀ ਸਾਹਿਬ, ਇਸ ਵਿੱਚ 6 ਗੁਰੂਆਂ ਦੀ ਬਾਣੀ ਹੈ ਤੇ ਬਾਕੀ ਸਾਰੀ ਬਾਣੀ ਭਗਤਾਂ ਦੀ ਹੈ, ਮੁਸਲਮਾਨ ਫਕੀਰਾਂ ਦੀ ਬਾਣੀ ਵੀ ਹੈ। ਸੋ ਸਾਨੂੰ ਉਹ ਧਰਮ ਸਿਖਾਉਣ ਦੀ ਲੋੜ ਹੈ। ਸਿੱਖ ਧਰਮ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇਹ ਇੰਟਰਫੇਥ ਹੈ। ਇਟ ਇਜ਼ ਨਾਟ ਓਨਲੀ ਫॉर ਸਿੱਖਸ, ਇਟ ਇਜ਼ ਫॉर द एंटायर ਹਿਊਮੈਨਿਟੀ। ਜਿਹੜਾ ਵੀ ਸਪਿਰਿਚੁਅਲਿਟੀ ਦਾ ਜਿਗਿਆਸੂ ਹੈ, ਉਸ ਦਾ ਸੋਲੂਸ਼ਨ, ਉਸਦੇ ਸਾਰੇ ਸਵਾਲਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਨੇ ਤੁਹਾਨੂੰ ਦਿੱਤਾ ਹੈ। ਸੋ ਇਸ ਤਰ੍ਹਾਂ ਦੀ ਵਿਦਿਆ ਸਕੂਲਾਂ ਵਿੱਚ ਸਿਖਾਈ ਜਾਏਗੀ ਜਿੱਥੇ ਕਿ ਇੰਡੀਵਿਜੂਅਲ ਰਿਲੀਜਨਸ ਵਿੱਚ ਡਿਫਰੈਂਸਿਸ ਖਤਮ ਹੋ ਜਾਣਗੇ। ਫਿਰ ਜਿਹੜੇ ਦਾਸ ਨੇ ਇੱਕ ਕਾਨਫਰੰਸ ਅਟੈਂਡ ਕੀਤੀ ਸੀ ਰਿਲੀਜਨ ਟੂ ਰਿਲੀਜੀਅਸ ਐਜੂਕੇਸ਼ਨ ਇਨ ਸਕੂਲਸ ਬਾਰੇ, ਇੱਕ ਕਾਨਫਰੰਸ ਹੋਈ ਸੀ, ਦਾਸ ਅਟੈਂਡ ਕੀਤੀ ਸੀ। ਉੱਥੇ ਇੱਕ ਮੁਸਲਮਾਨ ਆਇਆ ਸੀਗਾ ਜੀ, ਬੋਲਣ ਵਾਲਾ, ਬੜਾ ਸੁਲਝਿਆ ਬੰਦਾ ਸੀ। ਉਹ ਕਹਿੰਦਾ ਜੀ religious education through scriptures is essential to ensure that the priests do not mislead the normal innocent human beings ji। so ਜੇ ਅਸੀਂ ਬੱਚੇ ਨੂੰ ਸਕੂਲ ਵਿੱਚ ਧਰਮ ਨਾਲ ਜੋੜ ਦਵਾਂਗੇ ਤਾਂ ਹੀ ਬੱਚੇ ਨੂੰ ਇਤਨੀ ਸੋਝੀ ਹੋ ਜਾਏਗੀ ਕਿ ਉਸ ਨੂੰ ਕੋਈ ਮਿਸਲੀਡ ਨਹੀਂ ਕਰ ਪਾਏਗਾ, ਕੋਈ ਕਹਿ ਨਹੀਂ ਪਾਏਗਾ ਉਸ ਨੂੰ ਕਿ ਵੀ ਇਹ ਮੁਸਲਮਾਨ ਹੈ ਤੇ ਚੰਗਾ ਨਹੀਂ ਹੈ, ਇਹ ਈਸਾਈ ਹੈ ਤੇ ਚੰਗਾ ਨਹੀਂ ਹੈ। ਕਿਉਂਕਿ ਗੁਰੂ ਸਾਹਿਬ ਦੀ ਸਿੱਖਿਆ ਉਸਦੇ ਮਨ ਚ ਹੋਏਗੀ ਕਿ ਮੈਂ ਰੋਜ਼ ਮੁਸਲਮਾਨਾਂ ਦੀ ਬਾਣੀ ਨੂੰ, ਭਗਤ ਰਵਿਦਾਸ ਜੋ ਕਿ ਇੱਕ ਚਮਾਰ ਸੀਗੇ, ਉਹਨਾਂ ਦੀ ਬਾਣੀ ਨੂੰ ਮੈਂ ਰੋਜ਼ ਮੱਥਾ ਟੇਕ ਰਿਹਾ, ਤੇ ਫਿਰ ਮੈਂ ਕਿਸ ਤਰ੍ਹਾਂ ਬਾਕੀਆਂ ਤੋਂ ਸੁਪੀਰੀਅਰ ਹੋ ਗਿਆ। ਸੋ ਇਹ ਜਦ ਬੱਚਾ ਸਿੱਖ ਜਾਏਗਾ, ਜੇ ਸਾਂਝੀਵਾਲਤਾ ਦਾ ਮੈਸੇਜ ਉਸਨੂੰ ਮਿਲ ਜਾਏਗਾ, ਇਹ ਤਾਂ ਹੀ ਮਿਲੇਗਾ ਜੇ ਅਸੀਂ ਬੱਚੇ ਨੂੰ ਸਕ੍ਰਿਪਚਰਸ ਦੇ ਨਾਲ ਜੋੜਾਂਗੇ
ਜੇ ਤੇ ਸਕੂਲ ਇਹ ਚੀਜ਼ ਦੇ ਸਕਦੇ ਆ ਤੇ ਬਹੁਤ ਧੰਨਵਾਦ ਹਨ ਜੋ ਅਕਾਲ ਅਕੈਡਮੀ ਹੁਣ ਕਰ ਰਹੀਆਂ ਹਨ। ਜੇ ਬਿਲਕੁਲ ਸਕੂਲ ਨਹੀਂ ਦੇ ਸਕਦੇ ਤੇ ਫਿਰ ਇਹ ਮਾਤਾ ਪਿਤਾ ਦਾ ਫਰਜ਼ ਹੈ ਕਿ ਬੱਚਿਆਂ ਨੂੰ ਗੁਰੂ ਦੇ ਨਾਲ ਜੋੜਨਾ, ਬੱਚਿਆਂ ਨੂੰ ਅੱਛੇ ਇਨਸਾਨ ਬਣਾਉਣਾ, ਜੋ ਸਕੂਲ ਵਿੱਚ ਮਿਸਿੰਗ ਹੈ ਉਹ ਸਪੋਰਟ ਕਰਨਾ। ਦਾਸ ਇੱਕ ਹੋਰ ਛੋਟੀ ਜਿਹੀ ਅਪੀਲ ਆਪ ਜੀ ਨੂੰ ਕਰਨਾ ਚਾਹੇਗਾ ਸਾਰੀ ਸੰਗਤ ਨੂੰ ਕਿ ਹੁਣ ਇਹ ਕੋਵਿਡ-19 ਦੇ ਦੌਰਾਨ ਅਸੀਂ ਕ੍ਰਿਟੀਕਲ ਟਾਈਮ ਤੋਂ ਗੁਜ਼ਰ ਰਹੇ ਹਾਂ ਜੀ। ਆਲਰੇਡੀ ਜਿਹੜੀ ਸਾਡੀ ਸੰਗਤ ਹੈਗੀ, ਜਿਹੜੇ ਬੱਚੇ ਹਨ ਸਾਡੇ ਸਕੂਲਾਂ ਦੇ, ਅਸੀਂ 12,000 ਦੇ ਕਰੀਬ ਬੱਚਿਆਂ ਨੂੰ ਅਸੀਂ ਫ੍ਰੀ ਐਜੂਕੇਸ਼ਨ ਦੇ ਰਹੇ ਹਾਂ 60,000 ਤੋਂ, ਵਿਚ ਮੀਨਸ ਅਬਾਊਟ 20%। ਹੁਣ ਸਾਡੀ ਇਸ ਸਮੇਂ ਕਿਉਂਕਿ ਬੱਚਿਆਂ ਦੇ ਪੇਰੈਂਟਸ ਕੋਲ ਰਿਸੋਰਸ ਨਹੀਂ ਹੈ, ਨੌਕਰੀਆਂ ਖਤਮ ਹੋ ਗਈਆਂ, ਰਿਸੋਰਸ ਨਹੀਂ ਹੈ ਫੀਸ ਦੇਣ ਦਾ, ਸਾਡੇ ਕੋਲ ਟੀਚਰਸ ਨੂੰ ਸੈਲਰੀਜ਼ ਦੇਣ ਦੇ ਪੈਸੇ ਵਿੱਚ ਬੜਾ ਸਾਨੂੰ ਕਸ਼ਟ ਆ ਰਿਹਾ ਹੈ ਤੇ ਅਸੀਂ ਇਸ ਸਮੇਂ ਤਕਰੀਬਨ 10-12,000 ਬੱਚਾ ਇਸ ਕਗਾਰ ਤੇ ਖੜਾ ਹੈ ਕਿ ਜੇ ਉਹਨਾਂ ਨੂੰ ਅਸੀਂ ਸਪੋਰਟ ਨਹੀਂ ਕੀਤੀ ਤੇ ਉਹ ਜਿਹੜੀ ਯੂਨੀਕ ਐਜੂਕੇਸ਼ਨ ਅਕਾਲ ਅਕੈਡਮੀਜ਼ ਦੀ ਇਸ ਤੋਂ ਵਾਂਝੇ ਰਹਿ ਜਾਣਗੇ। ਉਹਨਾਂ ਨੂੰ ਕੋਲ ਹੋਰ ਕੋਈ ਆਪਸ਼ਨ ਨਹੀਂ ਹੋਏਗੀ ਕਿ ਅਕਾਲ ਅਕੈਡਮੀਜ਼ ਛੋੜ ਕੇ ਉਹ ਗਵਰਨਮੈਂਟ ਸਕੂਲਸ ਜੁਆਇਨ ਕਰਨ। ਸੋ ਦਾਸ ਹੱਥ ਬੰਨ ਕੇ ਬੇਨਤੀ ਕਰਦਾ ਹੈ ਕਿ ਜੋ ਗੁਰੂ ਦਸਵੇਂ ਪਾਤਸ਼ਾਹ ਨੇ ਜੋ ਸੁਨੇਹਾ ਦਿੱਤਾ ਸੀ ਕਿ ਹਰ ਗੁਰਸਿੱਖ ਦਸਵੰਧ ਕੱਢੇ, ਸੰਤ ਅਤਰ ਸਿੰਘ ਮਹਾਰਾਜ ਜੀ ਬਚਨ ਕਰਦੇ ਸਨ ਕਿ ਜੇ ਹਰ ਗੁਰਸਿੱਖ ਦਸਵੰਧ ਕੱਢਣ ਲੱਗ ਪਏਗਾ ਤੇ ਸਾਡੇ ਸਾਰੇ ਧਰਮ ਦੇ ਕਾਰਜ ਸਹਿਜ ਸੁਭਾਏ ਆਪਣੇ ਆਪ ਹੀ ਪੂਰੇ ਹੋ ਜਾਣਗੇ। ਸੋ ਦਾਸ ਬੇਨਤੀ ਕਰੇਗਾ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਮਹਾਵਾਕ ਅਨੁਸਾਰ ਜੇ ਅਸੀਂ ਆਪਣਾ ਦਸਵੰਧ ਕੱਢ ਕੇ ਕੰਟਰੀਬਿਊਟ ਕਰਾਂਗੇ ਭਲੇ ਕਾਰਜਾਂ ਵਿੱਚ ਤੇ ਸਾਡੀ ਸਾਰੀ ਪੰਥਿਕ ਸਮੱਸਿਆਵਾਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਜਿਹੜਾ ਗੁਰੂ ਸਾਹਿਬ ਨੇ ਰਸਤਾ ਦੱਸਿਆ ਹੈ ਸਪਿਰਿਚੁਅਲਿਟੀ ਦਾ ਰਸਤਾ, ਉਸਦਾ ਪਹਿਲਾ ਕਦਮ ਇਹ ਹੈ ਕਿ ਅਸੀਂ ਦਸਵੰਧ ਕੱਢੀਏ, ਮਾਇਆ ਤੋਂ ਪਕੜ ਹਟਾਈਏ ਤੇ ਦਾਸ ਅਪੀਲ ਕਰਦਾ ਹੈ ਸਾਰੀ ਸੰਗਤ ਨੂੰ ਕਿ ਅਸੀਂ ਕੰਟਰੀਬਿਊਟ ਕਰੀਏ ਤਾਂ ਕਿ ਜਿਹੜਾ ਇਹ 10-12,000 ਬੱਚਾ ਜੋ ਇਸ ਕਗਾਰ ਤੇ ਖੜਾ ਹੈ ਕਿ ਉਸਦੀ ਐਜੂਕੇਸ਼ਨ ਛੁੱਟ ਜਾਏਗੀ, ਉਹਨਾਂ ਉਸੇ ਸਪੋਰਟ ਕਰ ਸਕੀਏ ਤਾਂ ਕਿ ਉਹ ਇਸ ਕ੍ਰਾਈਸਿਸ ਤੋਂ ਨਿਕਲ ਸਕਣ। ਔਰ ਸਭ ਦਿਲ ਤਾਂ ਨਹੀਂ ਕਰਦਾ ਕਿ ਆਪਾਂ ਗੱਲਬਾਤ ਦਾ ਸਿਲਸਿਲਾ ਬੰਦ ਕਰੀਏ, ਪਰ ਸਮਾਂ ਵੀ ਦੇਖਣਾ ਪੈਂਦਾ ਹੈ। ਬਹੁਤ ਹੀ ਜੀਵਨ ਵਿੱਚ ਆਪ ਜੀ ਦੇ ਕੇ ਸਿੱਖਣ ਨੂੰ ਜੋ ਵੀ ਦੇਖਦੇ ਹਨ, ਮੈਂ ਕਹਿੰਦਾ ਵੀ ਉਹ ਗੁਣ ਮਾਲਕ ਨੇ ਜਿਹਨਾਂ ਨੂੰ ਬਖਸ਼ਣਾ, ਆਪਾਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਆਪਣੇ ਜੀਵਨ ਵਿੱਚ ਉਸ ਚੀਜ਼ ਨੂੰ ਮਿਰਰ ਕਰ ਸਕਦੇ ਹਾਂ। ਅੰਤ ਵਿੱਚ ਆਪ ਜੀ ਕੀ ਕਹਿਣਾ ਚਾਹੋਗੇ? ਆਪਾਂ ਸਮਾਪਤੀ ਵਾਲਾ ਜਾਣਾ ਹੈ ਜੀ। ਮੈਂ ਬਸ ਜੀ ਦਾਸ ਇੰਨਾ ਹੀ ਮੈਸੇਜ ਦੇਗਾ ਜੀ ਕਿ ਜੋ ਆਪ ਜੀ ਨੇ ਦਾਸ ਨੂੰ ਕਿਹਾ ਕਿ ਦਾਸ ਨੇ ਇਹ ਸੇਵਾ ਜੋ ਸੇਵਾ ਚਾਹੀ ਸੀ ਕਿ ਇਹ ਬਾਬਾ ਇਕਬਾਲ ਸਿੰਘ ਜੀ ਦੀ ਹੀ ਕਿਰਪਾ ਸੀ ਜਿਨ੍ਹਾਂ ਨੇ ਬਖਸ਼ਿਸ਼ ਕਰਤੀ ਦਾਸ ਤੇ ਆਪਣੇ ਝੋਲੀ 'ਚ ਬਿਠਾ ਲਿਆ, ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ ਤਾਂ ਕਿ ਇਹ ਜੋ ਸੇਵਾ ਜੋ ਹੋਣੀ ਸੀ ਇਹ ਤੇ ਹੋਣੀ ਹੀ ਸੀ। ਬਾਬਾ ਜੀ ਆਪ ਹੀ ਕਰਤਾ ਹਨ, ਆਪ ਹੀ ਕਰਨ ਹਨ। ਉਹਨਾਂ ਨੇ ਇਹ ਦਾਸ ਤੋਂ ਸੇਵਾ ਕਰਵਾ ਲਈ ਆਪਣੇ ਹੱਥਾਂ ਨਾਲ। ਬਹੁਤ ਹੀ ਦਾਸ ਤਹਿ ਦਿਲੋਂ ਧੰਨਵਾਦੀ ਹੈ ਸੰਗਤ ਟੀਵੀ ਦਾ, ਸਾਰੇ ਸੰਗਤ ਦਾ, ਖਾਸ ਵਿਸ਼ੇਸ਼ ਤੌਰ ਤੇ ਯੂਕੇ ਦੀ, ਜਿਨ੍ਹਾਂ ਨੇ ਕਿ ਹਰ ਸਮੇਂ ਸਾਨੂੰ ਵੱਧ ਚੜ੍ਹ ਕੇ ਸਪੋਰਟ ਕੀਤਾ ਹੈ। ਔਰ ਇਹ ਜੋ ਕ੍ਰਾਈਸਿਸ ਹੈ ਇਸ ਵਿੱਚ ਸਾਨੂੰ ਪੂਰੀ ਉਮੀਦ ਹੈ ਉਹ ਸਾਨੂੰ ਮਦਦ ਕਰਨਗੇ। ਹਾਲ ਹੀ ਅਸੀਂ ਹੁਣ ਵਾਕ ਟੂ ਸੇਵ ਪ੍ਰੋਗਰਾਮ ਵੀ ਕੀਤਾ ਹੈ ਜਿਸ ਵਿੱਚ ਕਿ 28,000 ਕਿਲੋਮੀਟਰ ਸੰਗਤ ਨੇ ਚੱਲਣਾ ਸੀ। 12,000 ਸਾਡੇ ਮੈਂਬਰ ਬਣੇ ਜਿਨ੍ਹਾਂ ਨੇ ਰਜਿਸਟਰ ਕੀਤਾ, 1,60,000 ਕਿਲੋਮੀਟਰ ਚਲੇ ਔਰ ਨਾਮ ਜਪਿਆ, ਗੁਰੂ ਨਾਨਕ ਸਾਹਿਬ ਦੇ ਪਰਉਪਕਾਰ ਨੂੰ ਯਾਦ ਕੀਤਾ ਤੇ ਨਾਲ ਹੀ ਅਪੀਲ ਕੀਤੀ ਸੰਗਤ ਨੂੰ ਕਿ ਵੀ ਆ ਕੇ ਅਸੀਂ ਵੱਧ ਚੜ੍ਹ ਕੇ ਹਿੱਸਾ ਪਾਈਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।